ਲੋਕ ਬੈਂਕਰਪਸੀ ਦੀਆਂ ਇਨਕੁਆਇਰੀਜ਼ ਕਰ ਰਹੇ ਨੇ, ਉਹ ਕਿੱਦਾਂ ਦੇ ਹਾਲਾਤ ਨੇ ਗਰਾਊਂਡ ਤੇ? ਆਪਣੀ ਕਮਿਊਨਿਟੀ 'ਚ ਮੈਂ ਇਹ ਦੇਖ ਰਿਹਾ ਕਿ ਫਰਮ ਬੈਕ ਹੋਮ ਫਰਮ ਇੰਡੀਆ ਵੀ ਬਹੁਤ ਕੋਸ਼ਿਸ਼ ਕਰ ਰਹੇ ਨੇ, ਪੈਸੇ ਤੇ ਪੈਸੇ ਲਿਆ ਕੇ ਇੱਥੇ ਕਿਸ਼ਤਾਂ ਹੀ ਪੇ ਕਰ ਰਹੇ ਨੇ ਹੁਣ ਰਾਈਟ ਨਾਓ। 98% ਪੈਸਾ ਇੰਡੀਆ ਤੋਂ ਆ ਰਿਹਾ, ਇਧਰੋਂ ਜਾਣ ਵਾਲਾ 2% ਹੀ ਆ। ਇਨਫਲੇਸ਼ਨ ਐਟ 2.8% ਐਂਡ ਉਹ ਫਿਰ ਵੀ ਇੰਟਰਸਟ ਰੇਟ ਵਧਾ ਰਹੇ ਨੇ। ਵਾਟ ਇਡੀਓਟਿਕਨੈਸ ਇਜ਼ ਦੈਟ? ਇਟ ਕੇਮ ਬੈਕ ਫਰਮ ਆਲਮੋਸਟ ਟਚਿੰਗ 8-9%। ਤੁਹਾਡੇ ਜਿਹੜੇ ਐਮਪੀਜ਼ ਨੇ, ਤੁਹਾਡੇ ਜਿਹੜੇ ਚੁਣੇ ਹੋਏ ਗਵਰਨਮੈਂਟ EMPLOYEES ਨੇ, what are they doing? ਉਹਨਾਂ ਨੂੰ ਨਹੀਂ ਦਿਖਦਾ ਇਹ। ਜਦ ਫਸਾਦ ਹੈ ਗਵਰਨਮੈਂਟ ਨੇ ਪੂਰੀ ਤਰ੍ਹਾਂ, ਬੈਂਕ ਆਫ ਕੈਨੇਡਾ ਨੇ, ਗਵਰਨਮੈਂਟ ਨੇ, ਸਾਰਿਆਂ ਨੇ ਮਿਲ ਕੇ ਫਸਾਇਆ। ਆਈ ਐਮ ਟੈਲਿੰਗ ਯੂ ਵੈਰੀ ਸੀਰੀਅਸਲੀ, ਲੋਕ ਹੁਣ ਕੀ ਕਰ ਰਹੇ ਨੇ, ਇੱਕ ਪ੍ਰਾਈਵੇਟ ਦੇ ਮਗਰ ਦੂਜੀ ਪ੍ਰਾਈਵੇਟ ਲੈ ਰਹੇ ਨੇ। ਹੁਣ ਜਦੋਂ ਦੂਜੇ ਦੇ ਪੈਸੇ ਨਹੀਂ ਦਿੱਤੇ ਜਾਂਦੇ, ਉਹ ਤੀਜੇ ਤੋਂ ਪੈਸੇ ਲੈ ਕੇ ਪਹਿਲੇ ਨੂੰ ਦੋ ਪੈਸੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਤੀਜੇ ਦੀ ਫਿਰ ਸਾਲ ਦਾ ਟਾਈਮ ਹੋਰ ਬਾਏ ਕਰ ਰਹੇ ਨੇ। ਇੱਕ ਬਹੁਤ ਇੰਪੋਰਟੈਂਟ ਚੀਜ਼ ਦੱਸਣਾ ਚਾਹੁੰਦਾ ਮੈਂ, ਉਹ ਹੀ ਹੈ ਕਿ ਇਨਕਮ ਤਾਂ ਬੰਦਿਆਂ ਦੀ ਨਹੀਂ ਵਧੀ, ਠੀਕ ਹੈ, ਜਿਸ ਹਿਸਾਬ ਨਾਲ ਇੰਟਰਸਟ ਰੇਟ ਵਧਿਆ, ਇਹਦੇ ਵਿੱਚ ਕੁਝ ਹਿਡਨ ਨਹੀਂ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਲੈਂਡਲੋਰਡਸ ਆਪਣੀ ਕਿਸ਼ਤਾਂ ਨਹੀਂ ਦੇ ਪਾਣਗੇ, ਇਹਨਾਂ ਦੇ ਕ੍ਰੈਡਿਟ ਖਰਾਬ ਹੋਣਗੇ, ਇਹ ਫਿਊਚਰ 'ਚ ਨਹੀਂ ਲੈ ਪਾਣਗੇ, ਤੇ ਆਪਣੇ ਜਿਹੜੇ ਘਰ ਨੇ ਉਹ ਵੀ ਵਿਚਾਰੇ ਗਵਾ ਬੈਠਣਗੇ। ਕੰਜ਼ਰਵੇਟਿਵ ਦੀ ਪਾਰਟੀ ਨੇ ਤੇ NDP ਦੀ ਪਾਰਟੀ ਨੇ 2 ਮਹੀਨੇ ਪਹਿਲਾਂ ਜਦੋਂ ਲਾਸਟ ਰੇਜ਼ ਹੋਈ ਸੀ, ਉਦੋਂ ਉਹਨਾਂ ਨੇ ਬਕਾਇਦਾ ਓਪਨਲੀ ਕਿਹਾ, ਠੋਕ ਕੇ ਕਿਹਾ ਕਿ ਬੈਂਕ ਆਫ ਕੈਨੇਡਾ ਇਜ਼ ਹਰਟਿੰਗ ਦ ਇਕਨੋਮੀ ਨਾਓ। ਸੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਘਰ ਲਓ, ਦੂਜੇ ਪਾਸੇ ਤੁਸੀਂ ਪਨਿਸ਼ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਜਿਨ੍ਹਾਂ ਨੇ ਘਰ ਲਏ। ਇਟ ਇਜ਼ ਜਸਟ ਸੋ ਅਬਸਰਡ। ਬੈਂਕ ਆਫ ਕੈਨੇਡਾ ਨੂੰ ਆਟੋਨੋਮਸ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਕਿਉਂ ਕੀਤੀ ਗਈ ਹੈ? ਬਿਕੋਜ਼ ਇਹ ਗਵਰਨਮੈਂਟ ਦਾ ਹੀ ਪ੍ਰੈਸ਼ਰ ਹਮੇਸ਼ਾ ਹੋਏਗਾ, ਜੀ ਤੁਸੀਂ ਇੰਟਰਸਟ ਰੇਟ ਘਟਾ ਦਿਓ ਬਿਕੋਜ਼ ਮੈਂ ਅਗਲੀ ਇਲੈਕਸ਼ਨ 'ਚ ਵੋਟਾਂ ਲੈਣੀ ਹੈ, ਠੀਕ ਹੈ, ਤਾਂ ਕਿ ਆਪਾਂ ਲੋਕਾਂ ਨੂੰ ਹੈਪੀ ਕਰਨਾ ਹੈ। ਉਹ ਵੀ ਗੁੱਡ ਨਹੀਂ ਹੈਗਾ ਇਕਨੋਮੀ ਵਾਸਤੇ, ਰਾਈਟ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਜੋਗਰਾਜ ਸਿੰਘ ਕਾਲੋਂ, ਤੁਹਾਡਾ ਸਾਰਿਆਂ ਦਾ ਹੀ ਬਹੁਤ ਸਵਾਗਤ। ਕੈਨੇਡਾ ਦੇ ਵਿੱਚ ਅਸੀਂ ਤਰ੍ਹਾਂ ਦੀਆਂ ਖਬਰਾਂ ਸੁਣ ਰਹੇ ਹਾਂ ਕਿ ਬਈ ਇਨਫਲੇਸ਼ਨ ਆ ਗਈ, ਮੰਦੀ ਆ ਗਈ, ਕੰਮਕਾਰ ਨਹੀਂ ਮਿਲ ਰਹੇ, ਰਹਿਣਾ ਸਹਿਣਾ ਔਖਾ ਹੋਇਆ, ਘਰਾਂ ਦੀਆਂ ਕਿਸ਼ਤਾਂ ਨਹੀਂ ਤਰ ਰਹੀਆਂ। ਜਿਹੜਾ ਲੈਂਡਲੋਰਡ ਨੇ, ਰੈਂਟਲਸ ਦੁਖੀ ਨੇ ਕਿ ਬਈ ਉਹਨਾਂ ਦੀਆਂ ਘਰਾਂ ਦੀਆਂ ਕਿਸ਼ਤਾਂ ਮਹਿੰਗੀਆਂ ਹੋਈਆਂ, ਸਾਡੇ ਰੈਂਟ ਵੱਧ ਗਏ ਨੇ, ਸਾਡੇ ਕੋਲ ਮਹਿੰਗੇ ਰੈਂਟ ਨਹੀਂ ਦਿੱਤੇ ਜਾ ਰਹੇ। ਨਵੇਂ ਆਉਣ ਵਾਲੇ ਕੈਨੇਡਾ ਦੇ ਵਿੱਚ ਆਉਣ ਕਿ ਨਾ ਆਉਣ, ਇਹ ਵੀ ਚਰਚਾ ਚੱਲ ਰਹੀ ਆ। ਪੁਰਾਣਿਆਂ ਨੇ ਕਿੱਦਾਂ ਸਰਵਾਈਵ ਕਰਨਾ, ਉਹ ਇੱਕ ਅਲੱਗ ਵਿਸ਼ਾ ਬਣਿਆ ਪਿਆ। ਚਾਹੇ ਗਰੋਸਰੀ ਲੈਣ ਚਲ ਜਾਓ, ਚਾਹੇ ਘਰਾਂ ਦੀ ਕਿਸ਼ਤ ਦੀ ਗੱਲ ਹੋਏ, ਕੁਝ ਵੀ ਖਰੀਦਣਾ ਹੋਏ, ਅੱਜ ਹਾਲ ਮੰਦੀ ਦਾ ਤਕਰੀਬਨ ਚੱਲਦਾ ਪਿਆ। ਪਰ ਅਸੀਂ ਫਿਰ ਵੀ ਇਹਦੇ ਵਿੱਚੋਂ ਪੋਜ਼ਿਟਿਵ ਰਹਿਣਾ ਤੇ ਨਿਕਲਾਂਗੇ। ਪਰ ਹੁਣ ਸਾਰੇ ਕੁਝ ਬਾਰੇ ਪ੍ਰੋਪਰ ਡਿਸਕਸ਼ਨ ਕਰਨ ਵਾਸਤੇ, ਇਹਨੂੰ ਵਧੀਆ ਐਂਗਲ ਦੇਣ ਵਾਸਤੇ ਸਾਡੇ ਨਾਲ ਹੋਣਵੀਰ ਰੰਧਾਵਾ ਨੇ, ਲਾਇਰ ਨੇ। ਸੋ ਰੰਧਾਵਾ ਸਾਹਿਬ ਨਾਲ ਨੇ ਤੇ ਉਹਨਾਂ ਦੇ ਕੋਲੋਂ ਡਿਟੇਲ ਇਹ ਗੱਲ ਦੀ ਜਾਣਕਾਰੀ ਲੈਣੇ ਵੀ ਆਖਿਰਕਾਰ ਚੱਲ ਕੀ ਰਿਹਾ, ਇਹ ਚੋਂ ਨਿਕਲਣਾ ਕਿੱਦਾਂ ਤੇ ਆਉਣ ਵਾਲੇ ਹਾਲਾਤ ਕਿੱਦਾਂ ਦੇ ਹੋਣਗੇ। ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਤੁਹਾਡਾ ਜੀ। ਜੀ ਸਤਿ ਸ਼੍ਰੀ ਅਕਾਲ ਜੀ ਮਿਸਟਰ ਕਾਲੋ, ਥੈਂਕ ਯੂ ਫॉर ਹੈਵਿੰਗ ਮੀ। ਸੋ ਜਿਹੜਾ ਆਪਣਾ ਇਸ਼ੂ ਆ ਰਿਹਾ, ਜਿਹੜਾ ਤੁਸੀਂ ਦੱਸ ਰਹੇ ਹੋ ਰਾਈਟ ਨਾਓ, ਇਹ ਇਸ਼ੂ ਐਜ਼ ਆਪਾਂ ਪਹਿਲਾਂ ਵੀ ਰੇਜ਼ ਕੀਤਾ ਹੈ ਕੁਆਇਟ ਅ ਵਾਈਲ ਬੈਕ, ਕਾਫੀ ਦੇਰ ਹੋ ਗਈ ਉਸ ਗੱਲ ਨੂੰ। ਤੁਸੀਂ ਰੈਲੀਆਂ ਵੀ ਕਰ ਚੁੱਕੇ ਹੋ ਨਾ, ਇਸ ਵਾਰ ਅਵੇਅਰਨੈਸ ਰੈਲੀਆਂ, ਬਕਾਇਦਾ ਇੱਕ ਬਹੁਤ ਸਟਰੋਂਗ ਮੂਵਮੈਂਟ ਵੀ ਕੀਤੀ। 65,000 ਤੋਂ ਉੱਪਰ ਲੋਕਾਂ ਨੇ ਸਾਈਨ ਵੀ ਕੀਤੇ ਨੇ ਕਿ ਤੁਸੀਂ ਪਟੀਸ਼ਨ ਕੀਤੀ ਸੀ ਨਾ। ਪਟੀਸ਼ਨ ਦੇ ਦਿਸ ਵਾਸ ਅਬਾਊਟ 8 months ਬੈਕ, ਸੋ 7 to 8 months ਬੈਕ। ਸੋ ਉਹ ਤੋਂ ਲੈ ਕੇ ਉਦੋਂ ਅਲਾਰਮ ਸੀ, ਉਦੋਂ ਟਾਈਮ ਸੀਗਾ ਕਿ ਸਾਨੂੰ ਦੇਖ ਰਿਹਾ ਸੀ ਕਿ ਹੋਣਾ ਕੀ ਹੈ। ਅਸੀਂ ਉਦੋਂ ਚਾਹੁੰਦੇ ਸੀ ਕਿ ਇਸ ਨੂੰ ਥੋੜਾ ਜਿਹਾ ਤੁਸੀਂ ਰੁਕ ਦਿਓ ਕਿ ਜਿਹੜੀ ਟ੍ਰੇਨ ਹੈ ਉਹ ਹੌਲੀ ਹੌਲੀ ਐਂਗਲ ਤੇ ਆਏ। ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਜੀ ਸਾਡੇ ਦਾ ਇਫੈਕਟ ਹੋ ਨਹੀਂ ਰਿਹਾ, ਸਾਡੇ ਤੇ ਤਾਂ ਇਹਦੀ ਇੰਟਰਸਟ ਆ ਕੇ ਡਿੱਗ ਨਹੀਂ ਰਿਹਾ, ਸਾਡੇ ਤੇ ਸਾਡੀ ਤਾਂ ਰਿਨਿਊਅਲ ਅਜੇ 1 ਸਾਲ ਬਾਅਦ ਹੈ, ਹੁਣ ਉਹਨਾਂ ਦੀ ਰਿਨਿਊਅਲਸ ਵੀ ਆਉਣੀਆਂ ਸ਼ੁਰੂ ਹੋ ਗਈਆਂ। ਐਂਡ ਇੱਕ ਵਰਸ ਫੈਕਟਰ ਇਹ ਹੈ, ਜਿਹੜੇ ਤਾਂ ਪੁਰਾਣੇ ਵੀ ਬੈਠੇ ਨੇ ਭਾਵੇਂ ਇਸ ਇੰਟਰਸਟ ਦੇ ਅੰਦਰ ਫਸੇ ਹੋਏ ਵਿਚਾਰੇ ਲੈਂਡਲੋਰਡ, ਜਿਨ੍ਹਾਂ ਨੇ ਘਰ ਲਏ, ਜਿਨ੍ਹਾਂ ਨੇ ਗਵਰਨਮੈਂਟ ਬਾਰੇ ਸੁਣਿਆ, ਗਵਰਨਮੈਂਟ ਤੋਂ ਫੀਡਬੈਕ ਲਈ ਕਿ ਯੈਸ ਤੁਸੀਂ ਇਕਨੋਮੀ ਨੂੰ ਸਟਿਮੂਲੇਟ ਕਰੋ, ਮੀਨਸ ਜਾ ਕੇ ਖਰਚਾ ਕਰੋ। ਉਹਨਾਂ ਨੇ ਵਿਚਾਰੇ ਨੇ ਖਰਚਾ ਕੀਤਾ, ਠੀਕ ਕਰ ਲਿਆ, ਰੈਂਟ ਤੇ ਲੋਕਾਂ ਨੂੰ ਰਹਿਣ ਨੂੰ ਥਾਂ ਦਿੱਤੀ। ਉਹ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਦਿੱਕਤ ਕਿਉਂ ਆ ਰਹੀ ਹੈ? ਬਿਕੋਜ਼ ਇੰਟਰਸਟ ਰੇਟ ਕਿਤੋਂ ਤੋਂ ਕਿਤੇ ਚਲਾ ਗਿਆ, ਠੀਕ ਹੈ, ਓਕੇ। ਬਟ ਫਿਰ ਵੀ ਬਿਗ ਬੈਂਕਸ, ਸੈਵਰਲ ਆਫ them, ਉਹਨਾਂ ਨੇ ਕਿਸ਼ਤਾਂ ਜਿਹੜੀਆਂ ਨੇ ਪਰ ਮੰਥ ਉਹ ਨਹੀਂ ਚੱਕੀਆਂ। ਸੋ ਜਿਹੜਾ ਉਹਨਾਂ ਦਾ ਐਕਸਟਰਾ ਇੰਟਰਸਟ ਰੇਟ ਸੀਗਾ, ਉਹ ਉਹਨਾਂ ਦੀ ਮਾਰਗੇਜ ਚੱਕੀਆਂ।
ਉਹ ਮਤਲਬ ਮਾਰਗੇਜ ਐਡ ਹੋਈ ਜਾ ਰਿਹਾ ਪਿੱਛੇ ਉਹਨਾਂ ਨੂੰ ਉਹਨਾਂ ਲੱਗ ਰਿਹਾ ਵੀ ਸਾਡੀ ਜਿੰਨਾ ਕਿਸੇ ਦੀ ਨਹੀਂ ਮਾਰਗੇਜ ਵਧੀ ਉਹਨਾਂ ਨੂੰ ਲੱਗ ਰਿਹਾ ਵੀ ਸਾਡਾ ਕੰਮ ਸੂਤ ਆ ਪਰ ਦੂਜੇ ਬੰਨੇ ਉਹ ਬਿਹਾਈਂਡ ਦਾ ਸੀਨ ਉਹਨਾਂ ਨੂੰ ਕਿਸ ਤਰੀਕੇ ਨਾਲ ਝਗੜੇ ਜਾ ਰਹੇ ਨੇ ਅਜੇ ਉਹਨਾਂ ਨੂੰ ਅਹਿਸਾਸ ਘੱਟ ਹੋ ਰਿਹਾ। ਬਿਲਕੁਲ ਹੁਣ ਜਿਹਦੀ ਮਿਲੀਅਨ ਸੀ ਮੰਨ ਲਓ 8 ਮਹੀਨੇ ਪਹਿਲਾਂ ਉਹਦੇ ਮਿਲੀਅਨ ਵਾਪਸ ਦੇਣਾ ਉਹਨੇ ਜਦੋਂ ਘਰ ਵੇਚਣਾ ਬੈਂਕ ਨੂੰ ਹੁਣ 8 ਮਹੀਨੇ ਤੋਂ ਬਾਅਦ ਉਹਨੇ ਅਪਰੋਕਸੀਮੇਟਲੀ 1,15,000 ਦੇਣਾ ਵਾਪਸ ਬੈਂਕ ਨੂੰ। ਉਹ ਵੱਧ ਗਿਆ ਡੈਟ ਪਿੱਛੇ ਵਧੀ ਜਾਂਦਾ ਲੇਕਿਨ ਉਹ ਕਹਿੰਦਾ ਜੀ ਮੈਂ ਤਾਂ ਕਿਸ਼ਤ ਨਹੀਂ ਦੇ ਰਿਹਾ 4,000 ਬਟ ਸੁਣੋ ਇੱਕ ਗੱਲ ਇਹ ਬਹੁਤ ਇੰਟਰਸਟਿੰਗ ਹੈ ਇਹ ਲੋਕ ਤਾਂ ਫਿਰ ਵੀ ਰਾਈਟ ਨਾਓ ਕੁਝ ਹੱਦ ਤੱਕ ਸਰਵਾਈਵ ਕਰ ਜਾਣਗੇ ਅਗਲੇ 2-3 ਸਾਲ ਠੀਕ ਹੈ ਬਟ ਜਦੋਂ ਰਿਨਿਊਅਲ ਆ ਜਾਂਦੀ ਹੈ ਜਦੋਂ ਇਹਨਾਂ ਦੀ ਰਿਨਿਊਅਲ ਆਊਗੀ ਇਹਨਾਂ ਦਾ ਚਲੋ ਅੱਗੇ ਜਾ ਕੇ ਆਣੀ ਠੀਕ ਹੈ ਜਿਹਨਾਂ ਨੇ ਹੁਣ 2 ਸਾਲ ਪਹਿਲਾਂ ਲਈ ਸੀ 5 ਸਾਲ ਦੀ ਟਰਮ ਹੁੰਦੀ ਹੈ ਜੇ 3 ਸਾਲ ਪਏ ਨੇ ਰਿਨਿਊਅਲ ਆਏਗੀ ਕੁਝ ਬਿਗ ਬੈਂਕਸ ਸਕੋਸ਼ੀਆ ਨਹੀਂ ਕਰ ਰਿਹਾ ਸਕੋਸ਼ੀਆ ਰਾਈਟ ਵੇ ਚੜਾਈ ਜਾਂਦਾ ਠੀਕ ਹੈ ਬਟ ਬਹੁਤ ਬੈਂਕਸ ਨੇ BMO ਹੋ ਗਿਆ RBC ਹੋ ਗਿਆ CIBC ਨੇ ਵੀ ਵਧਾਈ CIBC and I don't know about TD but the point is ਇਹਨਾਂ ਨੇ ਨਹੀਂ ਆਪਣੀ ਕਿਸ਼ਤਾਂ ਵਧਾਈਆਂ ਕਾਫੀ ਉਹ ਲੋਕ ਸਰਵਾਈਵ ਜਾ ਕਰ ਰਹੇ ਨੇ ਇਸ ਕਰਕੇ at 7.2% ਇੰਟਰਸਟ ਰੇਟ ਕੁਝ ਲੋਕ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਠੀਕ ਹੈ ਬਟ ਜਿਨ੍ਹਾਂ ਦੀ ਰਿਨਿਊਅਲ ਆ ਗਈ ਜਿਨ੍ਹਾਂ ਨੇ 4 ਸਾਲ ਪਹਿਲਾਂ ਲਈਆਂ ਸੀ ਮਾਰਗੇजेस ਉਹਨਾਂ ਦੀ ਹੁਣ ਰਿਨਿਊਅਲ ਹੋਣ ਆ ਰਹੀ ਹੈ ਉਹ ਤਾਂ ਲਿਟਰਲੀ ਜਿਹਦੀ ਪੇਮੈਂਟ 3 ਸੀ ਨਾ ਉਹਦੀ ਪੇਮੈਂਟ 7 ਹੋ ਗਈ ਹੈ ਬੱਲੇ 3000 ਤੋਂ ਸਿੱਧੀ 7000 ਉਹਨਾਂ ਨੂੰ ਕੋਈ ਉਹ ਨਹੀਂ ਹੈਗਾ ਉਹਨਾਂ ਨੂੰ they can't freeze their interest rate ਉਹ ਤਾਂ ਦੇਣਾ ਹੀ ਪੈਣਾ। ਅੱਛਾ ਜਿਹੜੇ ਰੰਧਾਵਾ ਸਾਹਿਬ ਸਰਵਾਈਵ ਵੀ ਕਰ ਰਹੇ ਆ ਉਹ ਕਿੱਦਾਂ ਸਰਵਾਈਵ ਕਰ ਰਹੇ ਵੀ ਦੱਸੋ ਕਿਉਂਕਿ ਹਾਲਤ ਉਹਨਾਂ ਦੀ ਵੀ ਬਹੁਤੀ ਚੰਗੀ ਨਹੀਂ ਉਹ ਸਰਵਾਈਵ ਤੇ ਕਰੀ ਜਾ ਰਹੇ ਆ ਠੀਕ ਆ ਕੋਈ ਲਾਈਨ ਆਫ ਕ੍ਰੈਡਿਟਾਂ ਚੁੱਕ ਕੇ ਦੇ ਰਿਹਾ ਹੁਣ ਤੇ ਮਤਲਬ ਪੈਸੇ ਇਧਰੋਂ ਉਧਰੋਂ ਫੜ ਤੜ ਕੇ ਵੀ ਆਪਣੀ ਲਿਵਿੰਗ ਕਾਸਟ ਪੂਰੀ ਕੀਤੀ ਜਾ ਰਹੀ ਇਦਾਂ ਦੇ ਹਾਲਾਤ ਵੀ ਲੋਕਾਂ ਦੇ ਨੇ ਉਹ ਕਿਉਂਕਿ ਤੁਹਾਡੇ ਕੋਲ ਲੋਕ ਆਉਂਦੇ ਨੇ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਕਿਸੇ ਨੇ ਨਵਾਂ ਖਰੀਦਣਾ ਕਿਸੇ ਨੇ ਵੇਚਣਾ ਉਹ ਕਿੱਦਾਂ ਕਿਤੇ ਰੋਂਦੇ ਆ ਕਿ ਹਾਲਾਤ ਕੀ ਨੇ ਗਰਾਊਂਡ ਤੇ। ਦੇਖੋ ਜਦੋਂ ਆਪਾਂ ਪ੍ਰੋਟੈਸਟ ਕੀਤੇ ਲੋਕਾਂ ਨੂੰ ਜਾਗਰੂਕਤਾ ਕਰਨ ਦੀ ਕੋਸ਼ਿਸ਼ ਕੀਤੀ ਦੱਸਿਆ ਉਹਨਾਂ ਨੂੰ ਕਿ ਜੀ ਇਹ ਹੋ ਜਾਣਾ ਹੈ ਆਂਦੇ ਥੋੜੇ ਟਾਈਮ ਅੰਦਰ ਉਦੋਂ ਲੋਕਾਂ ਨੂੰ ਲੱਗਿਆ ਕਿ ਮਤਲਬ ਟੂ ਸੂਨ ਹੈ ਰਾਈਟ ਹੁਣ ਉਹੀ ਲੋਕ ਮੈਨੂੰ ਐਂਡ ਆਮ ਨਾਟ ਐਗਜ਼ੈਜੂਰੇਟਿੰਗ ਦਿਨ ਦੇ 2 ਤੋਂ 3 ਬੰਦੇ ਨਵੇਂ ਮੈਨੂੰ ਕਹਿੰਦੇ ਨੇ ਉਹ ਜੀ ਆਪਾਂ ਪ੍ਰੋਟੈਸਟ ਕਰੀਏ ਮੈਂ ਕਹਿੰਦਾ ਬਈ ਹੁਣ ਤਾਂ ਤੁਸੀਂ 7.2% ਤੇ ਪਹੁੰਚ ਗਏ ਰਾਈਟ ਤੁਸੀਂ ਇੰਨਾ ਨੁਕਸਾਨ ਆਪਣਾ ਰਾਸਤੇ 'ਚ ਵੀ ਕਰਾ ਲਿਆ ਹੁਣ ਤੁਸੀਂ ਉਸ ਚੀਜ਼ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੇ ਹੋ ਠੀਕ ਹੈ ਯੈਸ ਤੁਸੀਂ ਜੇ ਆਪਣੇ ਹੁਣ MPs ਨੂੰ ਜ਼ਰੂਰਤ ਨਹੀਂ ਕਿ ਹੁਣ ਇੱਕ ਲਾਇਰ ਜਾਂ ਕੋਈ ਬੰਦਾ ਟਾਈਮ ਕੱਢ ਕੇ ਪ੍ਰੋਟੈਸਟ ਹੀ ਕਰੇਗਾ ਆਮ ਜਸਟ ਐਨ EMPLOYE ਮੈਂ ਇੱਥੇ ਆਪਣਾ ਬਿਜ਼ਨਸ ਹੀ ਕਰ ਰਿਹਾ ਸਿੰਪਲੀ ਆਮ ਜਸਟ ਅ ਲਾਇਰ ਤੁਹਾਡੇ ਜਿਹੜੇ MPs ਨੇ ਤੁਹਾਡੇ ਜਿਹੜੇ ਚੁਣੇ ਹੋਏ ਗਵਰਨਮੈਂਟ EMPLOYEES ਨੇ what are they doing ਉਹਨਾਂ ਨੂੰ ਨਹੀਂ ਦਿਖਦਾ ਇਹ ਉਹਨਾਂ ਨੂੰ ਕਾਲਸ ਨਹੀਂ ਜਾਂਦੀਆਂ ਜੇ ਮੈਨੂੰ 2 ਤੋਂ 3 ਬੰਦੇ ਕਹਿ ਸਕਦੇ ਨੇ ਪਰ ਡੇ ਕਿ ਜੀ ਕੁਝ ਕਰੀਏ ਆਪਾਂ ਇਹਦੇ ਬਾਰੇ ਆਮ ਇਨ ਅ ਲੋਟ ਆਫ ਪੇਨ ਹੁਣ ਪੇਨ ਕੀ ਹੈ ਤੁਹਾਡਾ ਕੁਐਸਚਨ ਇਹ ਆਇਆ ਉਹ ਕਿਵੇਂ ਸਰਵਾਈਵ ਕਰ ਰਹੇ ਨੇ ਉਹ ਇਸ ਤਰ੍ਹਾਂ ਸਰਵਾਈਵ ਕਰ ਰਹੇ ਨੇ ਪਹਿਲਾਂ ਪ੍ਰਾਈਵੇਟ ਮਾਰਗੇਜ ਲੈ ਲੈਂਦੇ ਕਿਸੇ ਤੋਂ ਕਰਜ਼ਾ ਬੈਂਕ ਨਹੀਂ ਦਿੰਦਾ ਬੈਂਕ ਦੇ ਤੇਰੀ ਉਹ ਹੈ ਨਹੀਂ ਐਬਿਲਿਟੀ ਕਿਸੇ ਦੀ ਵੀ ਐਬਿਲਿਟੀ ਨਹੀਂ ਪ੍ਰੀਟੀ ਮਚ ਰਾਈਟ ਨਾਓ ਐਟ 7.2% ਬਹੁਤ ਹੀ ਘੱਟ ਲੋਕਾਂ ਦੀ ਐਬਿਲਿਟੀ ਹੈ ਠੀਕ ਹੈ ਫਿਰ ਕੋਈ ਬੰਦੇ ਕੋਲ ਪੈਸੇ ਪਿਆ $1 ਲੱਖ ਉਹ ਕਹਿੰਦਾ ਜੀ ਤੁਸੀਂ ਆਲਮੋਸਟ 14 to 15% ਤੇ ਉਹਨੂੰ ਦੇ ਦਿੰਦਾ ਉਹਨੂੰ ਬੰਦਾ ਵਿਚਾਰਾ ਫਸਿਆ ਉਹਨੂੰ ਆਪਣਾ ਕ੍ਰੈਡਿਟ ਪਸੰਦ ਹੈ ਉਹਨੂੰ ਕੈਨੇਡਾ 'ਚ ਰਹਿਣਾ ਪਸੰਦ ਹੈ ਉਹਨੂੰ ਕੈਨੇਡਾ 'ਚ ਤਰੱਕੀ ਪਸੰਦ ਹੈ ਉਹ ਫਸ ਗਿਆ ਠੀਕ ਹੈ ਫਸਾਤ ਹੈ ਗਵਰਨਮੈਂਟ ਨੇ ਪੂਰੀ ਤਰ੍ਹਾਂ ਬੈਂਕ ਆਫ ਕੈਨੇਡਾ ਨੇ ਗਵਰਨਮੈਂਟ ਨੇ ਸਾਰਿਆਂ ਨੇ ਮਿਲ ਕੇ ਫਸਾਇਆ ਹੁਣ ਮੈਂ ਕਿਉਂ ਕਹਿਣਾ ਅੱਛਾ ਇਹ ਬੈਂਕ ਇਹ ਵੀ ਬਾਅਦ 'ਚ ਕਲੀਅਰ ਕਰਨਾ ਵੀ ਬੈਂਕ ਆਫ ਕੈਨੇਡਾ ਨੇ ਫਸਾਇਆ ਕਿ ਗਵਰਨਮੈਂਟ ਆਫ ਕੈਨੇਡਾ ਨੇ ਫਸਾਇਆ ਯੈਸ ਇਹਦੇ ਤੇ ਵੀ ਆਪਾਂ ਆਵਾਂਗੇ ਕਿ ਕਿਸ ਤਰ੍ਹਾਂ ਇਹ ਦੋਨੋਂ ਨੇ ਮਿਲ ਕੇ ਇਸ ਸਿਚੁਏਸ਼ਨ ਨੂੰ ਵਰਸ ਕੀਤਾ ਹੈ ਠੀਕ ਹੈ ਬਟ ਹੁਣ ਉਹ ਬੰਦੇ ਨੇ ਪ੍ਰਾਈਵੇਟ ਲਈ ਹੁਣ ਜੋ ਹੁਣ ਦੇਖਣ ਨੂੰ ਆ ਰਿਹਾ ਹੈ ਨਾ ਅਗੇਨ ਇਹ ਸੈਕੰਡ ਵਾਰਨਿੰਗ ਬੈਲ ਹੈ ਸੈਕੰਡ ਆਮ ਟੈਲਿੰਗ ਯੂ ਵੈਰੀ ਸੀਰੀਅਸਲੀ ਲੋਕ ਹੁਣ ਕੀ ਕਰ ਰਹੇ ਨੇ ਇੱਕ ਪ੍ਰਾਈਵੇਟ ਦੇ ਮਗਰ ਦੂਜੀ ਪ੍ਰਾਈਵੇਟ ਲੈ ਰਹੇ ਨੇ ਹੁਣ ਜਦੋਂ ਦੂਜੇ ਦੇ ਪੈਸੇ ਨਹੀਂ ਦਿੱਤੇ ਜਾਂਦੇ ਉਹ ਤੀਜੇ ਤੋਂ ਪੈਸੇ ਲੈ ਕੇ ਪਹਿਲੇ ਨੂੰ 2 ਦੇ ਪੈਸੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਤੀਜੇ ਦੀ ਫਿਰ ਸਾਲ ਦਾ ਟਾਈਮ ਹੋਰ ਬਾਈ ਕਰ ਰਹੇ ਨੇ ਇਸ ਸਾਲ ਚ ਨੇ ਵੀ ਸ਼ਾਇਦ ਸਾਲ ਤੱਕ ਠੀਕ ਹੋ ਜਾਊਗਾ ਦਿਸ ਇਜ਼ देयर ਬਿਗੇਸਟ ਪ੍ਰੋਬਲਮ ਰਾਈਟ ਨਾਓ ਇਹ ਪਿਛਲੇ 2 ਸਾਲ ਤੋਂ ਆਹੀ ਕਰਦੇ ਆ ਰਹੇ ਨੇ 1.5 ਸਾਲ ਤੋਂ ਕਿ ਜੀ ਸ਼ਾਇਦ 2 ਸਾਲ ਬਾਅਦ ਠੀਕ ਹੋ ਜਾਏਗਾ ਹੁਣ ਆਪਾਂ 2 ਸਾਲ ਮਾਰਕ ਤੇ ਆ ਚੱਲੇ ਆ ਆਲਮੋਸਟ 1.5-2 ਸਾਲ ਦੇ ਮਾਰਕ ਤੇ ਹੁਣ ਅੱਗੇ 1 ਸਾਲ ਦੀ ਉਮੀਦ ਲਾਈ ਬੈਠੇ ਨੇ ਬਟ ਹੁਣ ਜਿਸ ਪੁਆਇੰਟ ਤੇ ਗੱਲ ਆ ਗਈ ਹੈ ਇਸ ਵਿੰਟਰ ਦੇ ਅੰਦਰ ਅ ਲੋਟ ਆਫ ਪੀਪਲ ਆਰ ਇਨ ਅ ਲੋਟ ਆਫ ਟਰਬਲ ਠੀਕ ਹੈ ਸੋ ਬੈਂਕਰਪਸੀਜ਼ ਆਸੇ ਤਾਂ ਆਫ ਕੋਰਸ ਉਹ ਤਾਂ ਇਨ ਨਿਊਜ਼ ਵੀ ਹੈ ਰਾਈਟ ਨਾਓ ਇਨਸੋਲਵੈਂਸੀਜ਼ ਵਧ ਰਹੀਆਂ ਨੇ ਠੀਕ ਹੈ ਐਂਡ ਇਸ਼ੂਜ਼ ਆਰ ਗੈਟਿੰਗ ਮੋਰ ਐਂਡ ਮੋਰ ਸੀਰੀਅਸ ਇੱਕ ਬਹੁਤ ਇੰਪੋਰਟੈਂਟ ਚੀਜ਼ ਦੱਸਣਾ ਚਾਹਨਾ ਮੈਂ ਉਹ ਹੀ ਹੈ ਕਿ ਇਨਕਮ ਤਾਂ ਬੰਦਿਆਂ ਦੀ ਨਹੀਂ ਵਧੀ ਠੀਕ ਹੈ ਜਿਸ ਹਿਸਾਬ ਨਾਲ ਇੰਟਰਸਟ ਰੇਟ ਵਧਿਆ ਇਹਦੇ ਵਿੱਚ ਕੁਝ ਹਿਡਨ ਨਹੀਂ ਹੈ ਇਨਕਮਸ ਤਾਂ ਘਟੀਆਂ ਨੇ ਕੰਮਾਂ ਦੇ ਵਿੱਚ ਐਬਸੋਲੂਟਲੀ ਉੱਥੇ ਆ ਰਿਹਾ ਟਰੱਕਿੰਗ ਇੰਡਸਟਰੀ ਤਾਂ ਬਹੁਤ ਜ਼ਿਆਦਾ ਇਫੈਕਟ ਹੋਈ ਹੈ ਬਕਾਇਦਾ ਜਿਹੜੇ ਕਈ ਲੋਕਾਂ ਨੇ ਲੋਨਸ ਲਏ ਨੇ ਉਹ ਕਹਿ ਰਹੇ ਨੇ ਕਿ ਜੀ ਤੁਸੀਂ ਪਲੀਜ਼ ਮੇਰੀ ਕਿਸ਼ਤ ਮਹੀਨੇ ਵਾਸਤੇ ਡਿਲੇ ਕਰ ਦਿਓ ਕਿਉਂ ਕਰਕੇ ਸਾਨੂੰ ਲੋਡ ਨਹੀਂ ਮਿਲ ਰਹੀ ਅਸੀਂ ਤੁਹਾਡੇ ਪੈਸੇ ਜ਼ਰੂਰ ਦੇਵਾਂਗੇ ਬਸ ਸਾਨੂੰ ਮਹੀਨੇ ਦਾ ਟਾਈਮ ਦੇ ਦਿਓ ਮਤਲਬ ਲੈਂਡਰ ਨੂੰ ਕਹਿ ਰਹੇ ਨੇ ਠੀਕ ਹੈ ਜਿੰਨੇ ਜਿੱਤੋਂ ਪੈਸੇ ਚੱਕੇ ਨੇ ਮੇਰਾ ਖੁਦ ਦਾ ਪਰਸਨਲ ਐਕਸਪੀਰੀਅੰਸ ਹੁਣ ਮੇਰਾ ਇੱਕ ਟੈਨੈਂਟ ਹੈ $6,000 ਉਹਦਾ ਮੰਥਲੀ ਰੈਂਟ ਹੈ ਬਿਕੋਜ਼ ਉਹਦੇ ਕੋਲ ਡੀਲਰਸ਼ਿਪ ਹੈ ਟਰੱਕਸ ਦੀ
ਹੁਣ ਉਹਨੇ ਮੈਨੂੰ ਲਾਸਟ ਮੰਥ ਰੈਂਟ ਨਹੀਂ ਦਿੱਤਾ। ਚਲੋ ਆਈ ਗੇਵ ਹਿਮ ਟਾਈਮ ਕਿ ਬਈ ਚੱਲ ਤੂੰ ਦੇਖ ਲੈ, ਯੂ ਨੀਡ ਟੂ ਕਮ ਅਪ ਟੂ ਸਪੀਡ, ਆਪਣਾ ਫਿਗਰ ਆਊਟ ਕਰ, ਠੀਕ ਹੈ। ਉਹਦਾ ਰੀਜ਼ਨ ਕੀ ਸੀ? ਕਹਿੰਦਾ ਪੂਰੇ ਮਹੀਨੇ 'ਚ ਭਾਜੀ ਇੱਕ ਟਰੱਕ ਨਹੀਂ ਵਿਕਿਆ। ਅੱਛਾ। not a single truck he could sell any truck। ਮੈਂ ਲਗਜ਼ਰੀ ਟਰੱਕ ਨਹੀਂ ਕਹਿ ਰਿਹਾ, ਕਮਰਸ਼ੀਅਲ ਟਰੱਕ ਦੀ ਗੱਲ ਕਰ ਰਿਹਾ। ਜੇ ਕਮਰਸ਼ੀਅਲ ਟਰੱਕ ਉਹਨੇ ਨਹੀਂ ਵੇਚਿਆ, ਇਹ ਇੱਕ ਡੀਲਰਸ਼ਿਪ ਹੈ ਜਿਹੜਾ ਪਹਿਲਾਂ ਵਧੀਆ ਵੇਚ ਰਿਹਾ ਸੀ, ਉਹਨੇ 6000 ਦਾ ਰੈਂਟ ਤਾਂ ਹੀ ਲਿਆ, ਸਾਰਾ ਕੁਝ ਉਹਨੇ ਲਿਆ ਕਿ ਵੱਡਾ ਕਰ ਲਿਆ ਕਿ ਠੀਕ ਹੈ ਮੈਂ ਇਹਦੇ 'ਚ ਰਹਿਣਾ ਚਾਹੁੰਦਾ, ਠੀਕ ਹੈ। ਹੁਣ ਜਦੋਂ ਉਹ ਟਰੱਕ ਨਹੀਂ ਵੇਚੂਗਾ, ਮੀਨਸ ਕਿਸੇ ਦਾ ਬਿਜ਼ਨਸ ਅੱਗੇ ਹੋਰ ਫਲੋਰਿਸ਼ ਨਹੀਂ ਹੋ ਰਿਹਾ, ਕੋਈ ਬੰਦਾ ਅੱਗੇ ਹੋਰ ਕਮਰਸ਼ੀਅਲ ਐਕਟੀਵਿਟੀ ਨਹੀਂ ਕਰ ਰਿਹਾ, ਉਹ ਨਹੀਂ ਕਰ ਰਿਹਾ, ਅੱਗੇ ਉਹਦੇ EMPLOYEES ਜਾਣਗੇ, ਉਹਨਾਂ ਨੂੰ ਪੇਮੈਂਟ ਨਹੀਂ ਮਿਲਣੀ। ਹੁਣ ਉਹ EMPLOYEES ਵੀ ਕਿਤੇ ਹੋਰ ਰੈਂਟ ਤੇ ਨੇ, ਕਈ ਲੋਕ ਹੁਣ ਜਿਹੜੇ ਉਹ ਕਿਤੇ ਹੋਰ ਰੈਂਟ ਤੇ ਨੇ, ਉਹਨਾਂ ਨੇ ਰੈਂਟ ਨਹੀਂ ਦੇਣਾ। ਜਦੋਂ ਇਹ ਲੋਕਾਂ ਨੇ ਰੈਂਟ, ਇੱਕ ਰੈਂਟਲ ਇੰਡਸਟਰੀ is what is still supporting a little bit of these people in trouble right now। ਜੇ ਰੈਂਟਲ ਤੁਹਾਡੇ ਡਿਫਾਲਟ ਹੋਣ ਲੱਗ ਪਏ, then what do you do? ਬੈਂਕ ਨਹੀਂ ਤੁਹਾਨੂੰ ਕਹਿੰਦਾ ਕਿ ਜੀ ਤੁਹਾਡਾ ਰੈਂਟ ਨਹੀਂ ਆਇਆ ਤੇ ਤੁਸੀਂ ਕਿਸ਼ਤ ਨਾ ਦਿਓ, ਮਹੀਨਾ ਰੁਕ ਜਾਣਗੇ, ਬਾਅਦ ਤੋਂ ਬੈਂਕ ਕਹੇਗਾ 2 ਮਹੀਨੇ 'ਚ ਵਾਪਸ ਕਰ, ਨਹੀਂ ਤਾਂ ਤੁਸੀਂ ਤੁਹਾਡਾ ਕ੍ਰੈਡਿਟ ਹਿੱਟ ਕਰੇਗਾ। ਹੁਣ ਕ੍ਰੈਡਿਟ ਹਿੱਟ ਕਿਹਦਾ ਹੋ ਰਿਹਾ? ਇੱਕ ਵੈਰੀ ਹਾਰਡ ਵਰਕਿੰਗ ਕੈਨੇਡੀਅਨ ਦਾ ਕ੍ਰੈਡਿਟ ਹਿੱਟ ਹੋ ਰਿਹਾ, ਜਿਹਨੇ ਕਰ ਲਿਆ, ਰਿਸਪੌਂਸਿਬਿਲਟੀ ਚੱਕੀ, ਜਿਹੜਾ ਕਿ ਕੰਮ ਕਰਕੇ ਉਹ ਆਪਣੀ ਰਿਸਪੌਂਸਿਬਿਲਟੀ ਪੂਰੀ ਕਰੂਗਾ ਐਟ ਸਮ ਪੁਆਇੰਟ ਇਨ ਟਾਈਮ। ਉਹ ਇਹੀ ਇੱਕ ਮੈਂਟੈਲਿਟੀ ਹੈ, ਹਰ ਕਿਸੇ ਦੀ ਸੇਮ ਮੈਂਟੈਲਿਟੀ ਨਹੀਂ ਹੈ। ਕਈ ਲੋਕ ਉਹ ਰਿਸਪੌਂਸਿਬਿਲਟੀ ਨਹੀਂ ਚੱਕਣਾ ਚਾਹੁੰਦੇ, ਬਟ ਕੰਟਰੀ ਉਹ ਰਿਸਪੌਂਸਿਬਿਲਟੀ ਨਾਲ ਹੀ ਚੱਲ ਰਹੀ ਹੈ, ਬਿਕੋਜ਼ ਜੇ ਤੁਸੀਂ ਉਹ ਰਿਸਕਸ ਲੈ ਰਹੇ ਹੋ, ਤੁਸੀਂ ਉਹ ਇਨਵੈਸਟਮੈਂਟ ਕਰ ਰਹੇ ਹੋ, ਤੁਸੀਂ ਇੱਕ ਰਿਸਪੌਂਸਿਬਿਲਟੀ ਚੱਕ ਰਹੇ ਹੋ, ਤੁਸੀਂ ਇੱਕ ਮੌਰਗੇਜ ਦੇਣੀ ਹੈ, ਉਹ ਚੀਜ਼ ਕੰਟਰੀ ਕੈਨੇਡਾ ਵਾਸਤੇ ਬਹੁਤ ਇੰਪੋਰਟੈਂਟ ਹੈ, ਜਿਹੜੀ ਕਿ ਉਹ ਕਾਫੀ ਹੱਦ ਤੱਕ ਬਹੁਤ ਪ੍ਰੋਬਲਮੈਟਿਕ ਸਿਚੁਏਸ਼ਨ ਚ ਆ ਰਹੀ ਹੈ। ਬਿਕੋਜ਼ ਜਦੋਂ ਇਹ ਲੋਕ ਡਿਫਾਲਟ ਹੋਣਗੇ, ਜ਼ਿਆਦਾ ਤੋਂ ਜ਼ਿਆਦਾ ਲੋਕ ਲੈਂਡਲੋਰਡਸ ਆਪਣੀ ਕਿਸ਼ਤਾਂ ਨਹੀਂ ਦੇ ਪਾਣਗੇ, ਇਹਨਾਂ ਦੇ ਕ੍ਰੈਡਿਟ ਖਰਾਬ ਹੋਣਗੇ, ਇਹ ਫਿਊਚਰ 'ਚ ਨਹੀਂ ਲੈ ਪਾਣਗੇ ਤੇ ਆਪਣੇ ਜਿਹੜੇ ਘਰ ਨੇ ਉਹ ਵੀ ਵਿਚਾਰੇ ਗਵਾ ਬੈਠਣਗੇ, ਠੀਕ ਹੈ। ਤੇ ਲੈਣ ਵਾਲੇ ਕਿਹੜੇ ਨੇ? ਫਿਰ ਕਹਿਣਗੇ ਜੀ ਸਪੈਕੂਲੇਟਰ ਆ ਗਏ, ਜਿਨ੍ਹਾਂ ਨੇ ਪੈਸੇ ਜੋੜੇ ਹੋਏ ਨੇ ਸਾਈਡ ਤੇ ਮਾੜੇ ਮੋਟੇ, ਜਦੋਂ ਕਿ ਬੂਮ ਆਈ ਸੀ, ਕਈ ਲੋਕ ਐਜੇ ਵੀ ਨੇ ਜੀ, ਉਦੋਂ ਘਰ ਘੁਰ ਜੇ ਵੇਚ-ਵੂਚ ਕੇ ਉਹਨਾਂ ਜੇਬ 'ਚ ਪੈਸੇ ਪਾ ਲਏ, ਠੀਕ ਹੈ। ਫਿਰ ਉਹ ਆਣਗੇ, ਉਹ ਕਰ ਲੈਣਗੇ। ਜਿਹੜਾ ਹਾਰਡ ਵਰਕਿੰਗ ਬੰਦਾ ਵਿਚਾਰਾ ਸਾਰ ਰਿਹਾ, ਉਹ ਤੁਸੀਂ ਪਹੁੰਚ ਦੋਗੇ ਇਹਦਾ ਇਕੁਏਸ਼ਨ ਚੋਂ ਬਾਹਰ ਹੋ ਜੂ। ਅੱਛਾ ਅੰਦਾਵਾ ਸਾਹਿਬ, ਇੱਕ ਗੱਲ ਤੁਹਾਡੀ ਜਿਹੜੇ ਸਿਨੈਰੀਓ 'ਚ ਹੋਰ, ਤੁਸੀਂ ਉਹਨੂੰ ਮਹੀਨੇ ਇੱਕ ਦੀ ਨੌਬਤ ਦੇਤੀ ਕਿਉਂਕਿ ਤੁਹਾਡੇ ਕੋਲ ਥੋੜਾ ਬਹੁਤਾ ਸਰਦਾ, ਤੁਸੀਂ 1 ਮਹੀਨਾ ਸਰ ਸਕਦੇ ਸੀ ਵੀ ਚੱਲ ਤੂੰ 1 ਮਹੀਨਾ ਨਾ ਰੈਂਟ ਦੇ। ਹੁਣ ਬਹੁਤ ਸਾਰੇ ਨੇ, ਹੁਣ ਹਾਲਾਤ ਇਦਾਂ ਦੇ ਬਣੇ ਨੇ, ਕੀਮਤ ਘਰਾਂ ਦੀ ਇੰਨੀਆਂ, ਮੇਰੇ ਵਰਗੇ ਨੇ ਵੀ ਜੇ ਨਵੇਂ ਕਿਸੇ ਨੇ ਕੋਈ ਘਰ ਖਰੀਦਣਾ ਹੈ ਤੇ ਅਸੀਂ ਪਹਿਲਾਂ ਦੇਖਾਂਗੇ ਵੀ ਹਾਂ ਰੈਂਟਲ 'ਚ ਮੇਰਾ ਇੰਨਾ ਕੁ ਭਾਰ ਚੱਕਣਗੇ, ਬਾਕੀ ਰਹਿੰਦਾ ਹੁੰਦਾ ਮੈਂ ਚੱਕੂੰਗਾ, ਤੇ ਅਸੀਂ ਮਿਲ ਵਰਤ ਕੇ ਇੱਕ ਘਰ ਫੇਰ ਅਫੋਰਡ ਕਰਦਾ। ਹਰ ਇੱਕ ਬੰਦੇ ਦੀ ਕੈਲਕੂਲੇਸ਼ਨਸ 'ਚ ਪਹਿਲਾਂ ਰੈਂਟਲ ਇਨਕਮ ਇਨਕਲੂਡ ਹੁੰਦੀ ਆ ਵੀ ਮੈਨੂੰ ਇੰਨਾ ਕਿਰਾਇਆ ਆਊਗਾ ਤੇ ਫਿਰ ਮੈਂ ਕਿਸ਼ਤ ਚੁੱਕ ਸਕਦਾ, ਅਦਰਵਾਈਜ਼ ਮੈਂ ਚੁੱਕ ਹੀ ਨਹੀਂ ਸਕਦਾ। ਹੁਣ ਤੁਸੀਂ ਤੇ ਉਹ ਮਹੀਨਾ ਇੱਕ ਜਰ ਲਿਆ, ਉਹਨੂੰ ਸਮਾਂ ਦੇ ਦਿੱਤਾ, ਪਰ ਇੱਥੇ 70 ਤੋਂ 80% ਨੇ ਜਿਹੜੇ ਉਹ ਮਹੀਨਾ ਇੱਕ ਵੀ ਨਹੀਂ ਜਰ ਸਕਦੇ। ਉਹ ਨਹੀਂ, 70 ਤੋਂ 80% ਨੇ। ਅਸੀਂ ਬਾਕੀ 20-30% ਨੂੰ ਵੇਖਦੇ ਹਾਂ ਜਿਹੜੇ ਠੀਕ ਹੈ ਸਹਿੰਦੇ, ਜਿਨ੍ਹਾਂ ਨੇ ਜੀ 10 ਘਰ ਲੈ ਲਏ, 20 ਲੈ ਲਏ, ਪਰ ਉਹ ਗਿਣਤੀ ਬਹੁਤ ਥੋੜੀ ਆ। ਆਮ ਤੇ ਹਰ ਕੋਈ ਬੰਦਾ ਉਹ ਇੱਕ ਅੱਧੇ ਘਰ ਵਾਲਾ ਹੀ ਆ ਜਿਹਨੂੰ ਵੀ ਔਖਿਆਂ ਹੋ ਕੇ ਡਾਊਨ ਪੇਮੈਂਟ ਵੀ ਫੜ ਕੇ ਲਈ ਆ, ਉਹ ਕਿਸੇ ਕੋ ਇੰਟਰਸਟ ਦੇ ਰਿਹਾ, ਜੇ ਲਾਈਨ ਆਫ ਕ੍ਰੈਡਿਟ ਚੁੱਕੀ ਆ ਕਿ ਮੇਰੇ ਕੋ ਆਪਣੀ ਰਹਿਣ ਦੀ ਛੱਤ ਬਣ ਜੇ, ਬੱਚਿਆਂ ਨੂੰ ਬਾਰ-ਬਾਰ ਕਿਤੇ ਮੂਵ ਨਾ ਹੋਣਾ ਪਏ। ਹੁਣ ਬਹੁਤ ਸੌਖਾ ਕਹਿ ਦੇਣਾ ਵੀ ਬਈ ਅੱਡੀਆਂ ਚੁੱਕ ਕੇ ਫਾਹ ਕਿਉਂ ਲਏ ਸੀਗੇ, ਉਹ ਫਾਹ ਤਾਂ ਲਏ ਸੀ ਤਾਂ ਕਿ ਬੱਚੇ ਇੱਕ ਘਰ ਦੇ ਵਿੱਚ ਟਿਕ ਕੇ ਰਹਿ ਸਕਣ। ਬੱਚਿਆਂ ਦੀ ਲਾਈਫ ਸਫਰ ਹੁੰਦੀ ਆ ਜਦੋਂ ਬਾਰ-ਬਾਰ ਕਿਤੇ ਘਰ ਮੂਵ ਕਰਦੇ ਹੋ, ਸਕੂਲ ਮੂਵ ਕਰਦੇ ਹੋ, ਉਹਦੇ ਲਈ ਕਈ ਵਾਰੀ ਅੱਡੀਆਂ ਚੁੱਕ ਕੇ ਫਾਹ ਲੈਣਾ ਜ਼ਰੂਰੀ ਹੋ ਜਾਂਦਾ ਤਾਂ ਕਿ ਬੱਚਿਆਂ ਦਾ ਫਿਊਚਰ ਸਿਕਿਉਰ ਹੋ ਸਕੇ। ਹੁਣ ਉਹ ਵਿਚਾਰੇ 1 ਮਹੀਨਾ ਵੀ ਕਿਸੇ ਨੂੰ ਇਹ ਇਜਾਜ਼ਤ ਨਹੀਂ ਦੇ ਸਕਦੇ ਵੀ ਚੱਲ ਰੈਂਟ ਨਾ ਦੇ। ਉਹਨਾਂ ਦਾ ਬਹੁਤ ਜ਼ਿਆਦਾ ਦੁਖੀ ਆ, ਉਹਨਾਂ ਦਾ ਤੇ ਮਤਲਬ ਹੁਣ ਰੱਬ ਹੀ ਰਾਖਾ ਰਹਿ ਗਿਆ ਕਿਉਂਕਿ ਸਰਕਾਰ ਤੇ ਕੋਈ ਹੱਥ ਪੱਲੇ ਮਾਰ ਨਹੀਂ ਰਹੀ। ਨਹੀਂ, ਯੂ ਆਰ ਐਬਸੋਲੂਟਲੀ ਰਾਈਟ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਆਹੀ ਐਗਜ਼ੈਕਟ ਸਿਚੁਏਸ਼ਨ ਹੈ। ਉਹ ਲੋਕ ਇੰਨੀ ਬੁਰੀ ਤਰ੍ਹਾਂ ਫਸੇ ਨੇ ਕਿ nobody is listening to them। ਬਿਗ ਲੈਵਲ ਤੇ ਗੇਮ ਇਹ ਚੱਲ ਰਹੀ ਹੈ ਜੋ ਬੈਂਕ ਆਫ ਕੈਨੇਡਾ ਗੇਮ ਜਾਂ whatever their situation is, ਉਹ ਹੈ ਕੈਨੇਡੀਅਨ ਡਾਲਰ ਵਰਸਸ ਯੂਐਸ ਡਾਲਰ, ਠੀਕ ਹੈ। ਅੱਛਾ, ਉਹ ਤਾਂ ਕਹਿੰਦੇ ਨੇ ਵੀ ਡਾਲਰ ਸਟੇਬਿਲਿਟੀ ਲੈ ਕੇ ਆਣੀ ਹੈ, ਠੀਕ ਹੈ। ਇਨਫਲੇਸ਼ਨ at 2.8% and ਉਹ ਫਿਰ ਵੀ ਇੰਟਰਸਟ ਰੇਟ ਵਧਾ ਰਹੇ ਨੇ। what idioticness is that? It came back from almost touching 8-9%। ਹਾਂ, ਮਤਲਬ ਉਦੋਂ ਤੇ ਬਿਲਕੁਲ ਇਹੀ ਬਹਾਨਾ ਦਿੰਦੇ ਸੀ ਕਿ ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਰ ਰਹੇ ਹਾਂ। ਹੁਣ ਤੇ ਇਨਫਲੇਸ਼ਨ ਵੀ ਕੰਟਰੋਲ 2.8 ਤੇ ਵੀ ਹੁਣ ਕਹਿੰਦੇ ਨੇ ਜੀ ਅਸੀਂ ਇਹਨੂੰ ਇਨਫਲੇਸ਼ਨ ਨਹੀਂ ਸਮਝ ਆ ਰਹੀ, ਇਨਫਲੇਸ਼ਨ ਕੰਟਰੋਲ ਕਰ ਰਹੇ ਹਾਂ। ਉਹ ਇੱਕ ਬਹੁਤ ਇੰਟਰਸਟਿੰਗ ਚੀਜ਼ ਦੱਸ ਰਹੇ ਹਨ। ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ। ਆਊਟ ਆਫ 2.8%, 1% ਆਊਟ ਆਫ 2.8%, 1% ਤਾਂ ਕੰਟਰੀਬਿਊਸ਼ਨ ਆਫ ਇੰਟਰਸਟ ਹੀ ਹੈ। ਤੁਹਾਡੀ ਜੇ ਤੁਸੀਂ ਇੰਟਰਸਟ ਪੇਮੈਂਟਸ ਦਾ ਬਰਡਨ ਕੱਢ ਦੋ ਇਕਨੋਮੀ ਤੋਂ, ਜਿਹੜਾ ਹਾਊਸਿੰਗ ਇੰਟਰਸਟ ਪੇਮੈਂਟ ਦਾ ਬਰਡਨ ਕੱਢ ਦੋ, ਤੇ 1.8% ਤੇ ਇਨਫਲੇਸ਼ਨ ਆ ਰਹੀ ਹੈ। ਮਹਿੰਗਾਈ ਦਰ ਕਹਿੰਦੇ ਕਿ ਜਿਹੜੀ 2.8 ਹੈ ਇਸ ਵਕਤ ਇਨਫਲੇਸ਼ਨ, ਜੋ ਜਿਹੜਾ ਆਪਣਾ ਇੰਟਰਸਟ ਵਾਲਾ ਬਰਡਨ ਹਟ ਜੇ ਤੇ 1.8 ਤੇ ਆ ਜਾਏ। 1.8 ਤੇ ਆ ਜਾਏਗੀ। ਦਿਸ ਇਜ਼ ਵਾਟ ਦ ਆਰਟੀਕਲਸ ਹੈਵ ਐਕਸਪਲੇਨਡ।
ਸੋ ਹੁਣ ਮੇਰਾ ਪੁਆਇੰਟ ਇਹ ਆ ਰਿਹਾ ਹੈ ਕਿ ਫਿਰ ਵਾਈ ਆਰ ਯੂ ਮੇਕਿੰਗ ਫੂਲ ਆਊਟ ਆਫ ਥੀਸ ਹਾਰਡ ਵਰਕਿੰਗ ਪੀਪਲ। ਇਹ ਰੰਧਾਵਾ ਸਾਹਿਬ, ਬੈਂਕ ਆਫ ਕੈਨੇਡਾ ਇਹ ਕਿਸੇ ਨੂੰ ਆਨਸਰੇਬਲ ਨਹੀਂ ਹੈ ਕਿ ਗੱਲ ਗਵਰਨਮੈਂਟ ਦਾ ਪ੍ਰੋਪਰ ਚੈੱਕ ਨਹੀਂ ਹੈਗਾ, ਉਹ ਜਾਂ ਰੋਕ ਨਹੀਂ ਸਕਦੇ ਇੰਟਰਸਟ ਰੇਟ, ਕਿਉਂਕਿ ਗਵਰਨਮੈਂਟ ਵੱਲੋਂ ਇਦਾਂ ਦਾ ਕੀ ਕੋਈ ਰੀਸੈਂਟਲੀ ਬਿਆਨ ਜਾਂ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲ ਰਹੀ ਜਿਹਦੇ ਕਰਕੇ ਲੋਕ ਥੋੜੇ ਜਿਹੇ ਪੈਨਿਕ ਤੋਂ ਘਟ ਸਕਣ ਕਿ ਬਈ ਅਸੀਂ ਕੰਟਰੋਲ ਕਰ ਰਹੇ ਹਾਂ, ਜੋ ਵੀ ਆ ਟੇਕਿੰਗ ਕੇਅਰ। ਸਵਾਲ ਪੁੱਛਿਆ ਜਾਂਦਾ ਕਿ ਬਈ ਇੰਟਰਸਟ ਰੇਟ ਵੱਧ ਰਹੇ ਆ, ਲੋਕ ਦੁਖੀ ਨੇ, ਉਹ ਕਹਿ ਦਿੰਦੇ ਅਸੀਂ ਗਰੋਸਰੀ ਰਿਬੇਟਸ ਦੇ ਰਹੇ ਹਾਂ, ਅਸੀਂ ਫਲਾਣੀ ਰਿਬੇਟ ਦੇ ਰਹੇ ਹਾਂ। ਉਸ ਗੱਲ ਤੇ ਇਸ ਗਵਰਨਮੈਂਟ ਆ ਕਿਉਂ ਨਹੀਂ ਰਹੀ? ਦੇਖੋ ਆਹ ਬਹੁਤ ਹੀ ਗੁੱਡ ਕੁਐਸਚਨ ਪੁੱਟ ਅਪ ਕੀਤਾ ਹੈ। ਇੰਟਰਸਟ ਰੇਟ ਵੱਧ ਰਿਹਾ, ਰਾਈਟ? ਉਹਨੂੰ ਕੰਟਰੋਲ ਕਰਨ ਕਿਉਂ ਹੋ ਰਿਹਾ? ਬਿਕੋਜ਼ ਬੈਂਕ ਆਫ ਕੈਨੇਡਾ ਕੋਈ ਚੀਜ਼ ਕੰਟਰੋਲ ਕਰ ਰਹੀ ਹੈ, ਠੀਕ ਹੈ, ਜਿਹੜੀ ਕਿ ਡਾਲਰ ਗੇਮ ਚੱਲ ਰਹੀ ਹੈ ਬਿਹਾਈਂਡ ਦ ਸੀਨ। ਹੁਣ ਜਿਹੜਾ ਤੁਸੀਂ ਬਹੁਤ ਇੰਪੋਰਟੈਂਟ ਤੇ ਗੁੱਡ ਪੁਆਇੰਟ ਪੁੱਟ ਅਪ ਕੀਤਾ ਹੈ ਕਿ ਗਵਰਨਮੈਂਟ ਦਾ ਇਨਐਕਸ਼ਨ ਕਿਉਂ ਹੈ। ਹੁਣ ਗਵਰਨਮੈਂਟ ਇਸ ਟਾਈਮ ਰੂਲਿੰਗ ਬਾਡੀ ਕਿਹੜੀ ਹੈ? ਆਪਣੀ ਲਿਬਰਲ ਪਾਰਟੀ ਹੈ, ਠੀਕ ਹੈ। ਸਭ ਤੋਂ ਘੱਟ ਲਿਬਰਲ ਪਾਰਟੀ ਤੋਂ ਸੁਣਨ ਨੂੰ ਮਿਲਦਾ ਹੈ ਕਿ ਦਿਸ ਇਜ਼ ਨਾਟ ਐਕਸੈਪਟੇਬਲ, ਕਿ ਬੈਂਕ ਆਫ ਕੈਨੇਡਾ ਸ਼ੁੱਡ ਕੰਸੀਡਰ देयर ਐਕਸ਼ਨਸ। ਉਹ ਆਪਣੀ ਚੀਜ਼ਾਂ ਨੂੰ ਕੰਸੀਡਰ ਕਰਨ। ਤੁਸੀਂ ਕੀ ਕਰੀ ਜਾਂਦੇ ਹੋ? ਤੁਹਾਨੂੰ ਲੋਕ ਨਹੀਂ ਦਿਖਦੇ ਤੇ ਇਕਨੋਮੀ ਦੇ ਦੂਜੇ ਇਫੈਕਟ ਨਹੀਂ ਦਿਖਦੇ ਤੁਹਾਨੂੰ। ਜਦੋਂ ਕਿ ਕੰਜ਼ਰਵੇਟਿਵ ਦੀ ਪਾਰਟੀ ਨੇ ਤੇ ਐਨਡੀਪੀ ਦੀ ਪਾਰਟੀ ਨੇ 2 ਮਹੀਨੇ ਪਹਿਲਾਂ ਜਦੋਂ ਲਾਸਟ ਰੇਜ਼ ਹੋਈ ਸੀ, ਉਦੋਂ ਉਹਨਾਂ ਨੇ ਬਕਾਇਦਾ ਓਪਨਲੀ ਕਿਹਾ, ਠੋਕ ਕੇ ਕਿਹਾ ਕਿ ਬੈਂਕ ਆਫ ਕੈਨੇਡਾ ਇਜ਼ ਹਰਟਿੰਗ ਦ ਇਕਨੋਮੀ ਨਾਓ। ਬਟ ਲਿਬਰਲਸ ਨੇ ਜਿਹੜੇ ਕਿ ਆਪਣੀ ਰੂਲਿੰਗ ਪਾਰਟੀ ਹੈ, ਉਹ ਚੈਕਸ ਕੱਟ ਦੇਣਗੇ ਦੂਜੇ ਪਾਸੇ ਇੱਕ ਸਰਟਨ ਸੈਗਮੈਂਟ ਨੂੰ ਬਸ ਸਪੋਰਟ ਕਰਨ ਵਾਸਤੇ, ਠੀਕ ਹੈ। ਬਟ ਜਿਹੜੀ ਤੁਹਾਡੀ ਹਾਰਡ ਵਰਕਿੰਗ ਹੋਮ ਓਨਰਸ਼ਿਪ ਸੈਗਮੈਂਟ ਹੈ, ਦਿਖਦੇ ਹੀ ਨਹੀਂ। ਉਹ ਤਾਂ ਆਈ ਐਮ ਜਸਟ ਲਾਈਕ ਸਮਹਾਉ ਉਹ ਬਣ ਗਏ people who should have not purchased a home। so ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਘਰ ਲਓ, ਦੂਜੇ ਪਾਸੇ ਤੁਸੀਂ ਪਨਿਸ਼ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਜਿਨ੍ਹਾਂ ਨੇ ਘਰ ਲਏ। it is just so absurd। ਮੈਂ ਸਮਝਦਾ, ਠੀਕ ਹੈ, ਆਪਣੀ ਗਵਰਨਮੈਂਟ ਨੂੰ ਸਾਰਾ ਦਾ ਸੋਚਣਾ ਚਾਹੀਦਾ, ਠੀਕ ਹੈ, ਬਟ ਗਵਰਨਮੈਂਟ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਜੇ ਟੈਨੈਂਟ ਦਾ ਰੈਂਟ ਨਹੀਂ ਦਊਗਾ, ਠੀਕ ਹੈ, ਉਹਦਾ ਤਾਂ ਸਿਰਫ ਇੱਕ ਕ੍ਰੈਡਿਟ ਹਿੱਟ ਹੋਊਗਾ। ਉਹ ਵੀ ਨਹੀਂ ਹੁੰਦਾ ਜਦੋਂ ਤੱਕ ਕਿ ਉਹ ਜਜਮੈਂਟ ਲਊਗਾ, ਲੈਂਡਲੋਰਡ ਜਾ ਕੇ ਕੋਰਟ ਜਾਊਗਾ, ਇੰਪਲੀਮੈਂਟ ਕਰੂਗਾ। ਜੇ ਉਹਦੀ ਜੌਬ ਚਲੇਗੀ, ਕਹੂਗਾ ਜੀ ਮੈਂ ਰੈਂਟ ਨਹੀਂ ਦੇ ਸਕਦਾ, ਠੀਕ ਹੈ। ਐਂਡ ਆਰਟੀਬੀ ਜੋ ਕਰ ਰਹੀ ਹੈ, ਰੈਜ਼ੀਡੈਂਸ਼ੀਅਲ ਟੈਨੈਂਸੀ ਬੋਰਡ, BC ਦੀ ਹਾਲਤ ਇਹ ਹੈ, ਜੇ ਤਾਂ ਤੁਹਾਡਾ ਐਗਰੀਮੈਂਟ ਹੋਇਆ ਹੈ ਫਿਰ ਤਾਂ ਤੁਹਾਨੂੰ 45 ਡੇਜ਼ ਅੰਦਰ ਤੁਹਾਡੀ ਆ ਜਾਂਦੀ ਹੈ, ਤੁਹਾਡੀ ਡੇਟ ਆ ਜਾਂਦੀ ਹੈ ਕਿ ਤੁਸੀਂ ਕੋਰਟ ਡੇਟ ਆ ਜਾਂਦੀ, ਜਿਹੜੀ ਆਰਟੀਬੀ ਡੇਟ ਹੁੰਦੀ ਹੈ, ਜਿਹਨਾਂ ਦੀ ਆਰਬਿਟ੍ਰੇਸ਼ਨ ਦੀ ਡੇਟ, ਕਿ ਤੁਸੀਂ ਹੁਣ ਚਲੋ ਦੱਸੋ ਜੀ ਰੈਂਟ ਦੇਣਾ ਹੈ ਨਹੀਂ ਦੇਣਾ, ਵਾਟਐਵਰ, ਤੁਹਾਡੀ ਹੀਅਰਿੰਗ ਹੋ ਜਾਂਦੀ ਹੈ, ਠੀਕ ਹੈ। ਜੇ ਤੁਹਾਡੇ ਕੋਲ ਰੈਂਟਲ ਐਗਰੀਮੈਂਟ ਨਹੀਂ ਹੈਗਾ, ਤੁਹਾਡੀ ਹੀਅਰਿੰਗ 5 ਤੋਂ 6 ਮਹੀਨੇ ਨਹੀਂ ਹੋ ਰਹੀ। ਸੋ 5 ਤੋਂ 6 ਮਹੀਨੇ ਕੀ ਹੋ ਰਿਹਾ? ਉਹ ਬੰਦਾ ਜਿਹੜਾ ਰੈਂਟ ਨਹੀਂ ਦੇ ਰਿਹਾ ਉਹ ਰਹਿ ਰਿਹਾ। ਵਾਟ ਯੂ ਗੋਣਾ ਡੂ? ਫਿਰ ਕਹਿੰਦੇ ਨੇ ਜੀ ਵਾਇਲੈਂਸ ਵੱਧ ਰਹੀ ਆ। ਉਹ ਵਿਚਾਰਾ ਬੰਦਾ ਜਿਹੜਾ ਆਪਣੀ ਕਿਸ਼ਤ ਨਹੀਂ ਦੇ ਪਾ ਰਿਹਾ, ਫਿਰ ਉਹ ਕਹਿੰਦਾ ਯਾਰ ਮੈਂ ਕੀ ਕਰਾਂ? ਵਾਟ ਆਪਸ਼ਨ ਡੂ ਆਈ ਹੈਵ? ਇਹ ਬੰਦਾ ਤਾਂ ਇੱਥੇ ਬੈਠਾ ਹੈ, ਇਹਨੂੰ ਤਾਂ ਮੈਂ ਕੁਝ ਕਰ ਨਹੀਂ ਸਕਦਾ, ਠੀਕ ਹੈ, ਬਿਕੋਜ਼ ਜੀ 6 ਮਹੀਨੇ ਬਾਅਦ ਹੀਅਰਿੰਗ ਆਏਗੀ, ਰੈਂਟ ਉਹ ਦਿੰਦਾ ਨਹੀਂ। ਤੇ ਇੰਨੇ ਫਜ਼ੂਲ ਐਕਸਕਿਊਜ਼ ਕਈ ਵਾਰੀ ਟੈਨੈਂਟ ਦੇ ਰਹੇ ਨੇ ਕਿ ਜੀ ਸੁਣਨ ਨੂੰ ਆਉਂਦੇ ਨੇ ਕਿ ਵੀ ਉਹ ਮੈਂ ਕਿਉਂ ਨਹੀਂ ਰੈਂਟ ਦੇ ਰਿਹਾ। ਫਿਰ ਜਾ ਕੇ 6 ਮਹੀਨਿਆਂ ਬਾਅਦ ਕਈਆਂ ਦੀ ਹੀਅਰਿੰਗ ਹੋ ਰਹੀ ਹੈ। ਮੈਨੂੰ ਜੋ ਸੁਣਨ ਚ ਆ ਰਿਹਾ, ਦਿਸ ਇਜ਼ ਅ ਫੀਡਬੈਕ ਆਈ ਗੈਟ ਫਰਮ ਦ ਪੀਪਲ ਅਰਾਊਂਡ ਅਸ, ਰਾਈਟ? ਉਹਦੇ ਚ ਕਈ ਵਾਰੀ ਇਹ ਕਹਿੰਦੇ ਨੇ ਫਿਰ 6 ਮਹੀਨਿਆਂ ਬਾਅਦ ਉਹ ਮੈਂ ਤਾਂ ਨਹੀਂ ਰੈਂਟ ਦਿੱਤਾ ਬਿਕੋਜ਼ ਮੈਨੂੰ ਪਤਾ ਨਹੀਂ ਸੀ ਤੂੰ ਓਨਰ ਹੈ। ਹੁਣ what the hell? ਉਹ ਕਹਿੰਦਾ ਮੈਂ ਘਰ ਲੈ ਲਿਆ, ਤੂੰ ਮੈਨੂੰ 6 ਮਹੀਨੇ ਰੈਂਟ ਨਹੀਂ ਦਿੱਤਾ, ਕਹਿੰਦਾ ਮੈਨੂੰ ਪਤਾ ਨਹੀਂ ਸੀ ਤੂੰ ਓਨਰ ਹੈ, ਹੁਣ ਦੇ ਦੇਣਾ। ਫਿਰ ਆਰਟੀਪੀ ਕਹਿੰਦੀ ਫਿਰ ਹੁਣ ਦੇ, ਤੂੰ ਫਿਰ ਬੈਠਾ ਰਹਿੰਦਾ। ਕੀ ਪਿਛਲੀ ਕੋਈ ਪੈਨਲਟੀ ਕੁਛ ਨਹੀਂ ਲੱਗਦੀ? ਨੋ, ਉਹਨੂੰ ਤਾਂ ਟੈਨੈਂਟ ਨੂੰ ਤਾਂ ਕੋਈ ਪੈਨਲਟੀ ਨਹੀਂ ਹੈ, ਠੀਕ ਹੈ। ਲੂਪਹੋਲਸ ਨੇ ਨਾ, ਇਹ ਤੇ ਸਿਸਟਮ ਉਹਨਾਂ ਤਕੜਾ ਨਹੀਂ ਹੈਗਾ ਜਿਹਦਾ ਫਿਰ ਕੁਝ ਕੁ ਬੰਦੇ ਨੇ ਜਿਹੜਾ ਉਹਦਾ ਫਾਇਦਾ ਚੁੱਕਦੇ ਨੇ। ਆਪਾਂ ਸਾਰੇ ਇੱਕੋ ਰਸੇ ਵੀ ਨਹੀਂ ਬਣ ਸਕਦੇ। ਚੰਦ ਕੁ ਬੰਦੇ ਨੇ ਜਿਹੜਾ ਉਸ ਚੀਜ਼ ਦਾ ਨਾਜਾਇਜ਼ ਫਾਇਦਾ, ਕਿਉਂਕਿ ਰੈਂਟਲਸ ਦੇ ਨੋ ਡਾਊਟ ਪਤਾ ਹੈ ਕਿ ਹੱਕ 'ਚ ਫੈਸਲੇ ਜਾਂਦੇ ਨੇ, ਫਿਰ ਉਸ ਚੀਜ਼ ਦਾ ਨਜਾਇਜ਼ ਫਾਇਦਾ ਚੁੱਕਣ ਵਾਲੇ ਗਿਣਤੀ ਮਾਫ ਕਰਨਾ ਪਰ ਅੱਜ ਭਾਈਚਾਰੇ ਦੇ ਵਿੱਚ ਵੀ ਨਹੀਂ ਰਹਿ ਗਈ। ਕਿਸੇ ਬੰਨਿਓਂ ਵੀ ਨਹੀਂ ਕਮੀ ਰਹਿ ਗਈ ਅੱਜ, ਦੂਜੇ ਪਾਸੇ ਵੀ ਨਹੀਂ ਤੇ ਇਸ ਪਾਸੇ ਵੀ ਨਹੀਂ। ਸੋ ਔਖੇ ਵੇਲੇ ਦੇ ਵਿੱਚ ਇੱਕ ਦੂਜੇ ਦੇ ਸਾਥੀ ਬਣੀਏ, ਇੱਕ ਦੂਜੇ ਨੂੰ ਲੁੱਟਣ ਵੱਲ ਨੂੰ ਨਾ ਜਾਈਏ ਵੀ ਮੈਂ ਉਹਨੂੰ ਠਿੱਬੀ ਕਿੱਦਾਂ ਲਾ ਦਾਂ ਤੇ ਮੈਂ ਉਹਨੂੰ ਲੱਤ ਲਾ ਕੇ ਕਿੱਦਾਂ ਸੁੱਟ ਲਾਂ। ਇੱਥੇ ਹਾਣੀ ਬਣਨਾ ਪੈਣਾ ਜੇ ਇੱਕ ਵਧੀਆ ਸਮਾਜ ਬਣਾ ਕੇ ਇੱਥੇ ਰੱਖਣਾ ਹੈ। ਨਵਾਂ ਸਾਹਿਬ, ਇੱਕ ਗੱਲ ਜਿਹੜੀ ਬੜੀ ਕਲੀਅਰ ਨਹੀਂ ਹੁੰਦੀ ਕਦੀ, ਬੈਂਕ ਆਫ ਕੈਨੇਡਾ ਗਵਰਨਮੈਂਟ ਆਫ ਕੈਨੇਡਾ ਨੂੰ ਆਨਸਰੇਬਲ ਨਹੀਂ ਹੈਗੀ, ਸਰਕਾਰ ਨੂੰ ਆਨਸਰੇਬਲ ਹੈਗੀ ਬੈਂਕ ਆਫ ਕੈਨੇਡਾ, ਕਿ ਜਾਂ ਫਿਰ ਉਹ ਇੱਕ ਇੰਡੀਪੈਂਡੈਂਟ ਬਾਡੀ ਹੈ ਕਿ ਬੈਂਕ ਆਫ ਕੈਨੇਡਾ? ਕਿਉਂਕਿ ਉਹਨਾਂ ਨੂੰ ਲੋਕਾਂ ਦੀਆਂ ਚੀਕਾਂ ਲੱਭਦੀਆਂ ਨਹੀਂ ਜਾਂ ਕੀ ਗੱਲ, ਜਾਂ ਉਹ ਵਿਖਣਾ ਨਹੀਂ ਚਾਹੁੰਦੇ। ਉਹ ਹੈ ਕੀ ਹੈ, ਬਾਡੀ ਕਿਵੇਂ ਦੀ ਹੈ? ਦੇਖੋ, ਬੈਂਕ ਆਫ ਕੈਨੇਡਾ ਨੂੰ ਆਟੋਨੋਮਸ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਕਿਉਂ ਕੀਤੀ ਗਈ ਹੈ? ਬਿਕੋਜ਼ ਜੇ ਗਵਰਨਮੈਂਟ ਦਾ ਹੀ ਪ੍ਰੈਸ਼ਰ ਹਮੇਸ਼ਾ ਹੋਏਗਾ ਜੀ ਤੁਸੀਂ ਇੰਟਰਸਟ ਰੇਟ ਘਟਾ ਦਿਓ ਬਿਕੋਜ਼ ਮੈਂ ਅਗਲੀ ਇਲੈਕਸ਼ਨ 'ਚ ਵੋਟਾਂ ਲੈਣੀ ਹੈ, ਠੀਕ ਹੈ, ਤਾਂ ਕਿ ਆਪਾਂ ਲੋਕਾਂ ਨੂੰ ਹੈਪੀ ਕਰਨਾ ਹੈ, ਉਹ ਵੀ ਗੁੱਡ ਨਹੀਂ ਹੈਗਾ ਇਕਨੋਮੀ ਵਾਸਤੇ, ਰਾਈਟ? ਸੋ ਇਸ ਕਰਕੇ ਆਪਾਂ ਨੂੰ ਆਟੋਨੋਮਸ ਮੀਨਸ ਇੰਡੀਪੈਂਡੈਂਟ ਬਾਡੀ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਬੈਂਕ ਆਫ ਕੈਨੇਡਾ ਨੂੰ, ਠੀਕ ਹੈ। ਸੋ ਹੁਣ ਜਦੋਂ ਬੈਂਕ ਆਫ ਕੈਨੇਡਾ ਨੂੰ ਆਟੋਨੋਮਸ ਬਾਡੀ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਇਨ ਅ ਸਿਸਟਮ ਹੈ। ਬੈਂਕ ਆਫ ਕੈਨੇਡਾ ਇੱਕ ਪਾਰਟੀ ਹੋਗੀ, ਠੀਕ ਹੈ, ਵਿੱਚ ਗਵਰਨਰ ਹੋ ਗਿਆ, ਅੱਛਾ, ਤੇ ਇਧਰਲੇ ਪਾਸੇ ਆਪਣੀ ਗਵਰਨਮੈਂਟ ਹੋਗੀ। ਸੋ ਗਵਰਨਰ ਆਫ ਦ ਬੈਂਕ ਆਫ ਕੈਨੇਡਾ ਉਹ ਸਾਰੀ ਸਿਚੁਏਸ਼ਨ ਦੇਖ ਕੇ
ਉਹ ਫਿਰ ਡਿਸਾਈਡ ਕਰਦਾ ਹੈ ਕਿ ਯੂ نو ਇਸ ਟਾਈਮ ਸਿਚੁਏਸ਼ਨ ਇਹ ਚੱਲ ਰਹੀ ਹੈ, ਮੈਨੂੰ ਫੀਡਬੈਕ ਗਵਰਨਮੈਂਟ ਤੋਂ ਆ ਰਹੀ ਹੈ, ਮੈਨੂੰ ਦੂਜੇ ਪਾਸੇ ਚੀਜ਼ਾਂ ਜਿਹੜੇ ਬੈਂਕ ਆਫ ਕੈਨੇਡਾ ਮੈਨੂੰ ਦੱਸ ਰਿਹਾ ਆ ਸਮਝ ਆ ਰਿਹਾ, ਠੀਕ ਹੈ, ਸੋ ਦਿਸ ਇਜ਼ ਵਾਟ ਦ ਇੰਟਰਸਟ ਰੇਟ ਸ਼ੁੱਡ ਬੀ। ਅੱਛਾ, ਬੈਂਕ ਆਫ ਕੈਨੇਡਾ ਦਾ ਤੇ ਸਰਕਾਰ ਦਾ ਸਿੱਧਾ ਰਾਬਤਾ ਨਹੀਂ ਹੁੰਦਾ, ਕੋਈ ਥਰੂ ਗਵਰਨਰ ਹੀ ਹੁੰਦਾ। ਯੈਸ, ਸੋ ਇਸ ਕਰਕੇ ਮੇਰੀ ਤਾਂ ਅਪੀਲ ਇਹ ਹੈ, ਜੇ ਤੁਸੀਂ ਸਾਰਿਆਂ ਨਾਲ ਗੱਲ ਕਰੋਗੇ, ਜੇ ਤੁਸੀਂ ਆਪਣੇ ਐਮਪੀਜ਼ ਨੂੰ ਅਕਾਊਂਟੇਬਲ ਠਹਿਰਾਓਗੇ, ਤੁਹਾਡੇ ਇਲੈਕਟਿਡ ਮੈਂਬਰਸ ਨੂੰ, ਠੀਕ ਹੈ, they are not doing a wrong thing, but ਉਹ ਇੱਕ ਦੇਖ ਰਹੇ ਨੇ ਕਿ ਬਸ ਅਸੀਂ ਇਸ ਵੱਲ ਦੇਖੀਏ ਨਾ, ਠੀਕ ਹੈ। I'm not saying ਕਿ liberals are bad or something, but I'm just saying ਕਿ ਉਹਨਾਂ ਦਾ inaction ਉਹ ਜੇ ਨਹੀਂ ਕਰ ਰਹੇ ਕੁਝ, ਉਹਦੇ ਨਾਲ ਬਹੁਤ ਹਰਟ ਹੋ ਰਿਹਾ ਲੋਕਾਂ ਨੂੰ। ਜੇ ਲੋਕ ਸੋਚਦੇ ਨੇ ਅਸੀਂ ਚੁੱਪ ਕਰਕੇ ਉਹਦਾ ਅੱਜ ਉਹਦੀ ਵਾਰੀ ਹੈ, ਕੱਲ ਨੂੰ ਉਹਦੀ ਵਾਰੀ ਹੋਊਗੀ, ਇਟਸ ਫਾਈਨ, ਇਹ ਫਾਈਨ ਨਹੀਂ ਹੈ, ਬਿਕੋਜ਼ ਅਲਟੀਮੇਟਲੀ ਇਟਸ ਗੋਇੰਗ ਟੂ ਅਫੈਕਟ ਯੂ ਟੂ, ਜਿਵੇਂ ਮੈਂ ਦੱਸ ਰਿਹਾ ਹੁਣ ਲੋਕਾਂ ਨੂੰ ਅਫੈਕਟ ਕਰ ਰਿਹਾ। ਬਟ ਸੌਰੀ, one last thing मैं clear करना चाहना from a tenant's point of view, इन्होंने बहुत good चीज की दसी तुसी मिस्टर कालो, हर tenant माड़ा नहीं है, बहुत tenants ने ਜਿਹੜੇ ਕਿ ਵਿਚਾਰੇ ਖੁਦ ਇੱਥੇ international students ਵੀ ਨੇ, ਬਾਕੀ ਵੀ ਨੇ ਜਿਹੜੇ ਕੰਮ ਕਰ ਰਹੇ ਨੇ, they are families ਵੀ recently ਕਾਫੀ migrate ਹੋਏ ਨੇ, they are very good tenants too। ਉਹਨਾਂ ਨੂੰ actually ਕਈ landlords ਵੀ exploit ਕਰ ਰਹੇ ਨੇ, ਇਹ ਨਹੀਂ ਹੈ ਕਿ ਇੱਕ ਪਾਸੇ ਦੀ exploitation ਹੈ, ਬਟ ਮੈਂ ਇੰਨਾ ਹੀ ਦੱਸਣਾ ਚਾਹਨਾ ਜਿਵੇਂ ਉਹ ਐਕਸਪਲੋਇਟ ਇਸ ਤਰ੍ਹਾਂ ਕਰ ਰਹੇ ਨੇ, ਉਹਨਾਂ ਦਾ ਡਿਪੋਜ਼ਿਟ ਨਹੀਂ ਵਾਪਸ ਕਰਦੇ ਜਾਂ ਬਿਨਾਂ ਕਿਸੇ ਰੀਜ਼ਨ ਤੋਂ ਰੈਂਟ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਟ ਇਹ ਸਿਸਟਮ ਚ ਆਪਾਂ ਕਿਉਂ ਫਸ ਗਏ, ਇਸ ਇੱਕ ਗੰਦੀ ਜੀ ਫੀਲਿੰਗ ਚ ਆਪਾਂ ਕਿਉਂ ਆ? ਬਿਕੋਜ਼ ਆਪਾਂ ਇੱਕ ਗਵਰਨਮੈਂਟ ਹੈ ਆਪਣੀ, ਕਿਉਂ ਇਹ ਕੈਨੇਡਾ ਇਜ਼ ਕੰਸੀਡਰਡ ਅ ਬਿਊਟੀਫੁਲ ਪਲੇਸ, ਇੱਕ ਗਵਰਨਮੈਂਟ ਸ਼ੁੱਡ ਬੀ देयर ਟੂ ਮੇਕ ਇਟ ਅ ਬਿਊਟੀਫੁਲ ਪਲੇਸ। ਹੁਣ ਤੁਸੀਂ ਉੱਤੋਂ ਇੱਕ ਟੀਅਰ ਨੂੰ, ਮਤਲਬ ਹੋਮ ਓਨਰਸ ਨੂੰ, ਹਾਰਡ ਵਰਕਿੰਗ ਕੈਪੀਟਲ ਨੂੰ ਤੁਸੀਂ ਇੰਟਰਸਟ ਨਾਲ ਦੱਬੀ ਜਾਂਦੇ ਹੋ। ਉਹ ਕਈ ਵਿਚਾਰੇ ਜਿਹੜੇ ਗੁੱਡ ਲੋਕ ਵੀ ਨੇ, ਉਹ ਵੀ ਗਲਤ ਹਰਕਤਾਂ ਤੇ ਉਤਰ ਆਏ ਨੇ, ਬਿਕੋਜ਼ ਉਹ ਕਹਿੰਦੇ ਨੇ ਹੁਣ ਤਾਂ ਮੇਰੇ ਕੱਪੜੇ ਉਤਰਨੇ ਆ, ਮੈਂ ਪਹਿਲਾਂ ਇਹਦੇ ਲਾਣਾ, ਠੀਕ ਹੈ। ਇੱਕ ਸਿਸਟਮ ਖਰਾਬ ਹੋ ਰਿਹਾ, ਸੋ ਇਹ ਸਿਸਟਮ ਜਿਹੜਾ ਹੈ ਇਹ ਬਚਾਉਣਾ ਜ਼ਰੂਰੀ ਹੈ। ਬਿਲਕੁਲ ਠੀਕ। ਲਾਸਟ ਦੇ ਵਿੱਚ ਦਵਾਸਾ ਬਾਕੀ ਇਹ ਓਵਰਆਲ ਸਿਚੁਏਸ਼ਨ ਬਣੀ ਪਈ ਆ, ਇਹ ਨਾ ਅਸੀਂ ਕਈ ਵਾਰੀ ਰੈਂਟਰਸ ਦੀ ਆਪਣੀ ਸਿਰਦਰਦੀ, ਇੱਕ ਘਰ ਵਾਲੇ ਦੀ ਆਪਣੀ ਸਿਰਦਰਦੀ, 4 ਘਰ ਵਾਲੇ ਦੀ ਆਪਣੀ ਤੇ 10 ਵਾਲੇ ਦੀ ਆਪਣੀ, ਜਿੰਨਾ ਵੱਡਾ ਸਿਰ ਤੇ ਉਨੀ ਵੱਡੀ ਸਿਰਦਰਦੀ ਆ। ਇਹ ਕੋਈ ਬਚਿਆ ਇਸ ਚੀਜ਼ ਤੋਂ ਕੋਈ ਵੀ ਨਹੀਂ ਹੈਗਾ, ਹਰ ਇੱਕ ਬੰਦਾ ਬਰਾਬਰ ਦੁਖੀ। ਅੱਜ ਵੱਡੀਆਂ ਟੈਲੀਕਮਿਊਨੀਕੇਸ਼ਨ ਕੰਪਨੀਆਂ ਨੂੰ ਆਪਣੇ 5-5 6-6 ਹਜ਼ਾਰ 10-10 ਹਜ਼ਾਰ ਬੰਦੇ ਲੇ ਆਫ ਕਰਨੇ ਪੈ ਰਹੇ, ਉਹ ਚਾਹੁੰਦੇ ਥੋੜਾ। ਅਖੀਰ ਦੇ ਵਿੱਚ ਲੋਕ ਤੁਹਾਡੇ ਕੋਲ ਇੱਥੇ ਹਰ ਇੱਕ ਤਰੀਕੇ ਦੀ ਇਨਕੁਆਇਰੀ ਲਈ ਆਉਂਦੇ ਆ। ਇਹ ਸਾਰੇ ਕੁਝ ਤੋਂ ਬਾਅਦ ਜਦੋਂ ਤਣਾਅ ਬਣਦਾ ਹੈ, ਫਿਰ ਪਰਿਵਾਰਕ ਮਾਹੌਲ ਵੀ ਵਿਗੜਦੇ ਆ, ਘਰ ਦੇ ਵਿੱਚ ਵੀ ਤਣਾਅ ਪੈਦਾ ਹੁੰਦਾ, ਕੰਮਾਂ ਕਾਰਾਂ 'ਚ ਲੋਕ ਬੈਂਕਰਪਸੀ ਦੀਆਂ ਇਨਕੁਆਇਰੀਜ਼ ਕਰ ਰਹੇ ਨੇ। ਉਹ ਕਿਦਾਂ ਦੇ ਹਾਲਾਤ ਨੇ ਗਰਾਊਂਡ ਤੇ? ਇਨਸੋਲਵੈਂਸੀਜ਼ ਜਿਹਨੂੰ ਆਪਾਂ ਬੈਂਕਰਪਸੀਜ਼ ਕਹਿੰਦੇ ਆ, ਉਹਦੀ ਇਨਕੁਆਇਰੀਜ਼ ਡੈਫੀਨਿਟਲੀ ਹਾਇਰ ਨੇ ਦੈਨ ਬਿਫੋਰ। ਕੁਛ ਹੱਦ ਤੱਕ ਆਪਣੀ ਕਮਿਊਨਿਟੀ 'ਚ ਮੈਂ ਇਹ ਦੇਖ ਰਿਹਾ ਕਿ ਫਰਮ ਬੈਕ ਹੋਮ ਫਰਮ ਇੰਡੀਆ ਵੀ ਬਹੁਤ ਕੋਸ਼ਿਸ਼ ਕਰ ਰਹੇ ਨੇ, ਉਹ ਪੈਸੇ ਤੇ ਪੈਸੇ ਲਿਆ ਕੇ ਇੱਥੇ ਕਿਸ਼ਤਾਂ ਹੀ ਪੇ ਕਰ ਰਹੇ ਨੇ ਹੁਣ ਰਾਈਟ ਨਾਓ। ਹਾਂ, ਹੁਣ ਆਪਾਂ ਫੋਰਨ ਐਕਸਚੇਂਜ ਵਾਲਿਆਂ ਕੋਲ ਜਾਂਦੇ, ਉਹ ਦੱਸਦੇ ਵੀ 98% ਪੈਸਾ ਇੰਡੀਆ ਤੋਂ ਆ ਰਿਹਾ, ਇਧਰੋਂ ਜਾਣ ਵਾਲਾ 2% ਹੀ ਆ। ਉਹ ਲੈ ਕੇ ਆਹ ਕਿਸ਼ਤਾਂ ਵਿਚਾਰੀਆਂ ਪੇ ਹੋ ਰਹੀਆਂ ਉਹਨਾਂ ਨੂੰ, ਦੇ ਆਰ ਵੈਰੀ ਸਟਕ, ਵੈਰੀ ਬੈਡਲੀ ਸਟਕ। ਐਂਡ ਦੂਜੇ ਪ੍ਰਾਈਵੇਟ ਤੇ ਪ੍ਰਾਈਵੇਟ ਚੱਕੀ ਖੜੇ ਨੇ ਤਾਂ ਕਿ ਜੀ ਮੈਂ ਥੋੜਾ ਟਾਈਮ ਕੱਢ ਲੂੰਗਾ। ਐਂਡ ਇੱਕ ਬਹੁਤ ਚੱਕਰ ਵੀ ਇਸ ਕਰਕੇ ਫਿਰ ਕਹਿਣਗੇ ਕਈ ਲੋਕ, ਫਿਰ ਵੇਚ ਦੋ ਘਰ। ਵਾਟ ਅ ਸਿੰਪਲ ਸੋਲੂਸ਼ਨ, ਵੇਚ ਦੋ ਘਰ, ਘੱਟ ਤੇ ਵੇਚ ਦੋ। ਘਾਟੇ ਦੇ ਪ੍ਰੋਬਲਮ ਇਹ ਹੈ ਕਿ ਹਾਊ ਮਚ ਆਫ ਅ ਘਾਟਾ ਕੈਨ ਯੂ ਸਸਟੇਨ, ਬਿਕੋਜ਼ ਜੋ ਤੁਹਾਡੀ ਮੌਰਗੇਜ ਹੀ ਉਸ ਪੁਆਇੰਟ ਤੇ ਹੈ ਕਿ ਤੁਸੀਂ ਉਸ ਤੋਂ ਥੱਲੇ ਤਾਂ ਤੁਹਾਡਾ ਵਿਕਣਾ ਵੀ ਨਹੀਂ ਕਰ, ਤੁਸੀਂ ਲੀਗਲੀ ਘਰ ਵੇਚ ਨਹੀਂ ਸਕਦੇ ਕੋਰਟ ਆਰਡਰ ਤੋਂ ਬਿਨਾ, ਜੇ ਤੁਸੀਂ ਸਾਰੇ ਡੈਟ ਪੇ ਆਫ ਨਹੀਂ ਕਰ ਸਕਦੇ। ਫਿਰ ਫੋਰਕਲੋਜ਼ਰ ਹੀ ਰਹਿ ਗਿਆ, ਮਗਰ ਜੇ ਤੁਸੀਂ ਪੇ ਹੀ ਨਹੀਂ, ਤੁਸੀਂ ਡੈਟਸ ਨਹੀਂ ਪੇ ਕਰ ਸਕਦੇ। ਮਤਲਬ ਡੈਟ ਮੀਨਸ ਤੁਹਾਡੇ ਘਰ ਦੇ ਉੱਤੇ 1.2 ਮਿਲੀਅਨ ਦਾ ਕਰਜ਼ਾ ਹੈ, ਠੀਕ ਹੈ। ਤੁਸੀਂ ਉਹਨੂੰ ਕਹੋ ਯਾਰ ਚਲੋ ਮੇਰਾ ਰੈਂਚਰ ਹੈ, ਮੈਂ 1.1 ਦਾ ਹੀ ਵੇਚ ਦੇਣਾ, ਆਈ ਵਾਂਟ ਟੂ ਗੈਟ ਆਊਟ ਆਫ ਦ ਸਿਚੁਏਸ਼ਨ, ਠੀਕ ਹੈ। ਯੂ ਕੈਨਟ, ਬਿਕੋਜ਼ ਜੇ ਤੁਸੀਂ ਕਨਵੈਂਸ ਲਾਇਰ ਆ, ਮੰਨ ਲਓ ਮੈਂ ਲਾਇਰ ਆ, ਤੁਸੀਂ ਮੇਰੇ ਕੋਲ ਆ ਕੇ ਕਹਿੰਦੇ ਹੋ ਘਰ ਵੇਚ ਦੋ, ਤੇ ਮੈਂ ਤੁਹਾਡੀਆਂ ਪੁਰਾਣੇ ਡੈਟਸ ਨਹੀਂ ਪੇ ਕਰ ਸਕਦਾ, ਆਈ ਐਮ ਸੌਰੀ, ਆਈ ਕੈਨ ਨਾਟ ਹੈਵ ਯੂਰ ਹਾਊਸ ਸੋਲਡ। ਤੁਸੀਂ ਪਹਿਲਾਂ ਕੋਰਟ ਦਾ ਆਰਡਰ ਲੈ ਕੇ ਆਓ ਕਿ ਤੁਸੀਂ ਘਰ ਵੇਚ ਸਕਦੇ ਹੋ 1.1 ਤੇ, ਫਿਰ ਫੋਰਕਲੋਜ਼ਰ ਹੀ ਰਹਿ ਗਿਆ। ਜਿਨ੍ਹਾਂ ਦਾ ਡੈਟ ਲੈਣਾ ਹੈ ਉਹਨਾਂ ਲੋਕਾਂ ਨੇ ਫੋਰਕਲੋਜ਼ਰ ਆਰਡਰ ਲੈਣਾ ਹੈ, ਜਾਂ ਤੁਸੀਂ ਖੁਦ ਵਕੀਲ ਕਰਕੇ ਕੋਰਟ ਨੂੰ ਕਨਵਿੰਸ ਕਰਨਾ ਹੈ ਕਿ ਜੀ ਮੈਨੂੰ 1.1 ਤੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ, ਠੀਕ ਹੈ, ਤਾਂ ਕਿ ਕਿਸੇ ਦੇ ਪੈਸੇ ਵੱਜਣ, ਜਿੰਨੇ ਤੁਸੀਂ 2 ਲੱਖ ਜਾਂ ਲੱਖ ਜਿਹਦਾ ਪੇ ਆਫ ਨਹੀਂ ਹੋ ਰਿਹਾ, ਕਿਸੇ ਨੇ ਡੈਟ ਦਿੱਤਾ। ਹੁਣ ਉਹ ਵੀ ਤਾਂ ਗਲਤ ਹੈ, ਉਹ ਬੰਦਾ ਵੀ ਤਾਂ ਵਿਚਾਰਾ ਐਟ ਦ ਐਂਡ ਆਫ ਦ ਡੇ ਸਫਰ ਕਰੇਗਾ ਰਿਗਾਰਡਲੈਸ। ਸੋ ਇੱਕ ਸੋਲੂਸ਼ਨ ਇਹ ਨਹੀਂ ਹੈਗਾ ਜੋ ਲੋਕ ਕਹਿੰਦੇ ਨੇ ਕਿ ਬਈ ਤੁਸੀਂ ਇਹ ਘੱਟ ਦੇ ਵੇਚ ਦਿਓ। ਇੱਕ ਹੱਦ ਤੱਕ ਲੋਕੀ ਥੋੜੇ ਘਟਾ ਕੇ ਵੇਚ ਰਹੇ ਨੇ, ਬਟ ਇੱਕ ਲਿਮਿਟ ਤੱਕ ਹੀ, ਇਹਦਾ ਪੁਆਇੰਟ ਇਹ ਸੀ ਮੇਰਾ, ਇੱਕ ਲਿਮਿਟ ਤੱਕ ਹੀ ਪ੍ਰਾਈਸਿਸ ਆਣਗੇ ਡਾਊਨ, ਠੀਕ ਹੈ, ਉਸ ਤੋਂ ਥੱਲੇ ਨਹੀਂ ਆ ਸਕਦੇ। ਬਿਕੋਜ਼ ਇੱਕ ਚੀਜ਼ ਪ੍ਰੌਪ ਅਪ ਹੋਈ ਹੈ। ਇਹ ਪ੍ਰੌਪ ਅਪ ਕਿਉਂ ਹੋਈ ਹੈ? ਬਿਕੋਜ਼ ਲੋਕਾਂ ਦੀ ਅਫੋਰਡੇਬਿਲਟੀ ਵਧੀ ਹੈ, ਤੁਸੀਂ ਪੈਸੇ ਜ਼ਿਆਦਾ ਦਿੱਤੇ, ਜੌਬਸ ਓਵਰਆਲ ਪੇ ਤਾਂ ਲੋਕਾਂ ਦੀ ਵਧੀ ਹੈ ਨਾ ਪਿਛਲੇ ਆਂਦੇ 2-3 ਸਾਲਾਂ ਦੇ ਅੰਦਰ, ਕਾਫੀ ਜੌਬਸ ਦੀ ਪੇ 2-2 3-3 4-4 ਡਾਲਰ ਲੋਕਾਂ ਨੇ ਤਾਂ ਆਪਣੇ ਕੰਮ ਸੰਭਾਲਣ ਵਾਸਤੇ ਉਹ ਲੋਕਾਂ ਦੀ ਇਨਕਮਸ ਵਗੈਰਾ ਵਧਾਈਆਂ ਨੇ, ਠੀਕ ਹੈ। ਮਿਨੀਮਮ ਵੇਜ ਵੀ ਵਧੀ ਹੈ ਰੀਸੈਂਟਲੀ ਬਿਗ ਟਾਈਮ, ਬਟ ਐਟ ਦ ਸੇਮ ਟਾਈਮ ਹੁਣ ਜੌਬਸ ਲਾਸ ਹੋ ਰਹੇ ਨੇ। ਹੁਣ ਮੈਂ ਤਾਂ ਹੀ ਕਹਿ ਰਿਹਾ ਕਿ ਦਿਸ ਇਜ਼ ਅ ਸੈਕੰਡ ਅਲਾਰਮ ਬੈਲ। ਇਹ ਫਾਊਂਡੇਸ਼ਨਲ ਲੈਵਲ ਤੋਂ
ਅਸੀਂ ਤਾਂ ਦੇਖ ਸਕਦੇ ਹਾਂ ਪ੍ਰੋਬਲਮਸ ਜੀ। ਆ ਰਹੀਆਂ। ਬਿਲਕੁਲ no. ਸੋ ਇਹ ਜਦੋਂ ਉੱਪਰ ਆ ਗਈਆਂ ਫਿਰ ਉਹੀ ਫਿਰ ਸਾਰੀ ਭੱਜ ਨੱਟ ਕਰ ਲੈਣਗੇ। ਫਿਰ ਕੰਜ਼ਰਵੇਟਿਵ ਲੀਡਰ ਕਹਿ ਦੇਗਾ ਜੀ ਉਹ ਬੈਂਕ ਆਫ ਕੈਨੇਡਾ ਗਲਤ ਕਰ ਰਿਹਾ ਹੈ, ਐਨਡੀਪੀ ਲੀਡਰ ਕਹਿ ਦੇਗਾ ਬੈਂਕ ਆਫ ਕੈਨੇਡਾ ਗਲਤ ਕਰ ਰਿਹਾ। ਉਹ ਤਾਂ ਦਿਖ ਰਿਹਾ ਮੈਨੂੰ ਰਾਈਟ ਨਾਓ, ਇਟਸ ਗੋਇੰ ਟੂ ਬੀ ਅ ਬਿਗ ਡਿਜ਼ਾਸਟਰ ਕਮਿੰਗ ਅਪ ਇਨ ਦ ਨੈਕਸਟ 5-6 ਮੰਥਸ। ਬਟ ਜੇ ਸੰਭਾਲ ਲਓਗੇ ਉਹ ਇਹੀ ਹੈ, ਦੇ ਨੀਡ ਟੂ ਅੰਡਰਸਟੈਂਡ। ਇੱਕ ਹੋਰ ਸੁਣਨ ਨੂੰ ਆ ਰਿਹਾ, ਕਹਿੰਦੇ ਸ਼ਾਇਦ ਅਸੀਂ ਹੋਰ ਇੱਕ ਇੰਟਰਸਟ ਰੇਜ਼ ਕਰਾਂਗੇ। ਔਨ ਵਾਟ ਬੇਸਿਸ? ਅੱਛਾ ਇਟ ਮੇਕਸ ਨੋ ਸੈਂਸ। ਬਟ ਲੇਕਿਨ ਕਹਿ ਰਹੇ ਨੇ ਫਿਰ ਦੁਬਾਰਾ ਤੋਂ। ਪਿਛਲੀ ਵਾਰ ਵੀ ਮੈਨੂੰ ਸਮਝ ਨਹੀਂ ਆਇਆ ਹਾਊ ਡਿਡ ਦੇ ਇਨਕਰੀਜ਼ ਦ ਲਾਸਟ 0.25। देयर वर नो बेसिस whatsoever other than the Canadian dollar and US dollar। ਮਸਲਾ ਇਹ ਹੈ ਕਿ ਰੰਧਾਵਾ ਸਾਹਿਬ ਸਾਡੇ ਵਰਗੇ ਆਮ ਬੰਦੇ ਸਿਰਫ ਇੱਕ ਗੱਲ ਕਰ ਸਕਦੇ ਆ, ਇੱਕ ਵਰਡ ਰੱਖ ਸਕਦੇ ਲੋਕਾਂ ਸਾਹਮਣੇ ਜਾਂ ਆਪਣੇ ਨੁਮਾਇੰਦਿਆਂ ਸਾਹਮਣੇ, ਪਰ ਜੋ ਕਰਨਾ ਉਹ ਤੇ ਉਹ ਜਿਹੜੇ ਬੈਠੇ ਹੋ ਤੇ ਉਹਨਾਂ ਨੇ ਕਰਨਾ। ਤੁਹਾਡਾ ਅੱਜ ਲਈ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਅਵੇਅਰਨੈਸ ਵਾਸਤੇ। ਥੈਂਕ ਯੂ। ਸੋ ਇਹ ਸਨ ਐਡਵੋਕੇਟ ਹੋਨਵੀਰ ਰੰਧਾਵਾ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਆ ਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।